हाँ जी, सत श्री अकाल सारिਆਂ ਨੂੰ। ਦੀਪ ਕਲਾਸਿਸ ਵੱਲੋਂ ਔਰ ਅੱਜ ਸ਼ੁਰੂ ਕਰਨ ਲੱਗੇ ਆਪਣੇ ਆਪਾਂ ਗੁਰੂ ਪੀਰੀਅਡ ਪੰਜਾਬ ਦੇ ਕਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੈਗੇ ਜਿਹੜੇ ਵੀ ਉਹਨਾਂ ਲਈ ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚ ਬਹੁਤ ਕੁਐਸਚਨ ਪੁੱਛੇ ਜਾਂਦੇ ਆ ਔਰ ਪੰਜਾਬੀਅਤ ਲਈ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਸਿੱਖ ਜੋ ਰਿਲੀਜਨ ਹੈ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਗੁਰੂ ਪੀਰੀਅਡ ਦੇ ਵਿੱਚ ਕਿੰਨੇ ਗੁਰੂ ਸੀਗੇ, ਕਿਹਨਾਂ ਨੇ ਕਦੋਂ ਕਿਸ ਟਾਈਮ ਗੁਰਗੱਦੀ ਲਿੱਤੀ ਹੈ, ਕਦੋਂ ਉਹਨਾਂ ਦਾ ਜਨਮ ਹੋਇਆ, ਕਿੱਥੇ ਉਹਨਾਂ ਨੇ ਜਨਮ ਲਿੱਤਾ, ਕਿਹੜੇ ਉਹਨਾਂ ਨੇ ਸ਼ਹਿਰ ਵਸਾਏ, ਹੈ ਨਾ। ਇਹਨਾਂ ਸਾਰੀਆਂ ਚੀਜ਼ਾਂ ਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਗੁਰੂ ਪੀਰੀਅਡ ਦੇ ਨਾਲ ਆਪਣੇ ਜੁੜਾਂਗੇ ਅੱਜ। ਅਤੇ ਐਕਸਾਈਜ਼ ਇੰਸਪੈਕਟਰ ਲਈ ਬੜਾ ਇੰਪੋਰਟੈਂਟ ਹੈਗਾ ਇਹ ਟੌਪਿਕ ਜੋ 21 ਮਈ ਨੂੰ ਪੇਪਰ ਹੋਣ ਵਾਲਾ ਹੈਗਾ, ਅਤੇ ਪਟਵਾਰੀ ਲਈ ਬੜਾ ਇੰਪੋਰਟੈਂਟ ਹੈ। ਪੰਜਾਬ ਪੁਲਿਸ ਜੋ ਵੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਉਹਨਾਂ ਲਈ ਬਹੁਤ ਇੰਪੋਰਟੈਂਟ ਟੌਪਿਕ ਹੈ। ਜੇ ਤੁਸੀਂ ਇਹਦੇ ਨੋਟਸ ਚਾਹੀਦੇ ਆ ਤੁਹਾਨੂੰ ਤਾਂ ਦੀਪ ਕਲਾਸਿਸ ਨਾਮ 'ਤੇ ਆਪਣੇ ਟੈਲੀਗ੍ਰਾਮ ਗਰੁੱਪ ਹੈਗਾ, ਉੱਥੇ ਜੁਆਇਨ ਕਰੋ ਅਤੇ ਸਾਰੇ ਨੋਟਸ ਮਿਲ ਜਾਣਗੇ ਇਹਦੇ। ਹਾਲ ਫਿਲਹਾਲ ਆਪਾਂ ਚੀਜ਼ਾਂ ਲਿਖੀਆਂ ਹੋਈਆਂ ਹੈਗੀਆਂ, ਸਾਰੀਆਂ ਚੀਜ਼ਾਂ ਕਵਰ ਕਰਦੇ ਹੋਏ ਚੱਲਾਂਗੇ ਫਾਸਟ ਅਤੇ ਨਾਲ ਚੱਲਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਹੈਗਾ ਮੁਸਲਿਮ ਇਨਵੈਜ਼ਨ। ਆਪਣੇ ਭਾਰਤ ਦੇ ਉੱਤੇ ਮੁਸਲਮਾਨਾਂ ਦਾ ਆਕਰਮਣ ਕਦੋਂ ਹੋਇਆ, ਮੁਸਲਮਾਨ ਕਮਿਊਨਿਟੀ ਜੋ ਜਨਮ ਲਿੱਤੀ ਹੈ ਕਦੋਂ ਲਿੱਤੀ ਹੋ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਕਿਉਂ ਹੋਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦਾ ਟਾਈਮ ਗੁਰੂ ਪੀਰੀਅਡ ਦੇ ਨਾਲ ਚੱਲਿਆ ਹੈਗਾ। ਗੁਰੂ ਪੀਰੀਅਡ ਦੇ ਨਾਲ ਇਹਨਾਂ ਦਾ ਬੜਾ ਜੇ ਕਹਿ ਸਕਦੇ ਆਪਾਂ ਕੰਟੈਕਟ ਰਿਹਾ ਹੋਇਆ। ਤਾਂ ਆਪਾਂ ਗੱਲ ਕਰਦੇ ਹਾਂ ਮੁਸਲਿਮ ਇਨਵੈਜ਼ਨ ਦੀ। ਮੁਸਲਿਮ ਜੋ ਕਮਿਊਨਿਟੀ ਸੀ ਇਹਨਾਂ ਦਾ ਜੇ ਜਨਮ ਦੀ ਗੱਲ ਕਰੀਏ ਤਾਂ ਆਪਣਾ ਟਾਈਮ ਹੈਗਾ 6th ਸੈਂਚੁਰੀ ਦਾ। ਅਰਬੀਆ ਦੇ ਵਿੱਚ ਇਹਨਾਂ ਨੂੰ ਅਰਬ ਆਕਰਮਣ ਵੀ ਬੋਲਦੇ ਨੇ। ਅਰਬ ਆਕਰਮਣ ਹੀ ਬੋਲਦੇ ਆ। ਜਦੋਂ ਅਟੈਕ ਹੋਏ ਸੀਗੇ ਸਭ ਤੋਂ ਪਹਿਲੀ ਵਾਰ ਮੁਸਲਿਮ ਕਮਿਊਨਿਟੀ ਹਿੰਦੁਸਤਾਨ ਦੇ ਵਿੱਚ ਐਂਟਰੀ ਕੀਤੀ ਸੀਗੀ ਤਾਂ ਉਹ ਕਿਹੜੀ ਸੈਂਚੁਰੀ ਸੀ, ਉਹ 8ਵੀਂ ਸੈਂਚੁਰੀ ਸੀ। 8ਵੀਂ ਸੈਂਚੁਰੀ ਨੂੰ ਆਪਾਂ ਟਾਈਮ ਬੋਲਦੇ ਨੇ 712 ਤੋਂ ਲੈ ਕੇ 714 ਈਸਵੀ। 712 ਤੋਂ 714 ਈਸਵੀ ਬੋਲ ਕੇ ਫਿਰ ਉਹਨੂੰ 8ਵੀਂ ਸੈਂਚੁਰੀ ਕਿਉਂ ਲਿਖਿਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ 700 ਸਾਲ ਤੱਕ 7ਵੀਂ ਸੈਂਚੁਰੀ ਚੱਲੀ ਸੀਗੀ। 701 'ਚ ਫਿਰ 8ਵੀਂ ਸੈਂਚੁਰੀ ਹੋ ਗਈ ਤਾਂ 8ਵੀਂ ਸੈਂਚੁਰੀ ਲਿਖਤੀ ਮੈਂ। ਔਰ ਚੀਜ਼ਾਂ ਕਈ ਵਾਰੀ ਗਲਤ ਹੁੰਦੀਆਂ ਇਸੇ ਕਰਕੇ ਕਿਉਂਕਿ ਤੁਸੀਂ ਸਨ ਪੜ੍ਹਿਆ ਹੁੰਦਾ 712 ਤੋਂ 714 ਪੇਪਰ 'ਚ ਆ ਜਾਂਦਾ ਹੈਗਾ ਸੈਂਚੁਰੀ ਦੱਸੋ ਤਾਂ ਤੁਸੀਂ 712 714 ਦੇ ਹਿਸਾਬ ਨਾਲ ਦੇਖਦੇ ਹੋ ਨਹੀਂ ਯਾਰ 700ਵਾਂ ਸਾਲ ਚੱਲੀ ਜਾਂਦਾ 7ਵੀਂ ਸੈਂਚੁਰੀ ਹੋਊਗੀ, ਨਹੀਂ 8ਵੀਂ ਸੈਂਚੁਰੀ। ਕਈ ਵਾਰੀ ਇੱਦਾਂ ਦੇ ਕੁਐਸਚਨ ਗਲਤ ਹੁੰਦੇ ਆ। SSC ਦੇ ਵਿੱਚ ਪੈਟਰਨ ਕਈ ਵਾਰੀ ਪੁੱਛਿਆ ਜਾਂਦਾ ਹੈਗਾ ਔਰ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਕੁਐਸਚਨ ਜਦੋਂ ਪੁੱਛਦੇ ਆ ਤਾਂ ਕਨਫਿਊਜ਼ ਕਰਨ ਵਾਸਤੇ ਦੇ ਦਿੰਦੇ ਇੱਦਾਂ ਦੇ ਕੁਐਸਚਨ। ਤਾਂ ਤੁਸੀਂ ਇਹ ਚੀਜ਼ਾਂ ਨੂੰ ਵੀ ਕਲੀਅਰ ਕਰਦੇ ਚੱਲਣਾ ਨਾਲ ਕਿਉਂਕਿ ਸਿਲੀ ਮਿਸਟੇਕਸ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਦਿੰਦੀ ਹੈ। ਤੁਸੀਂ ਇੱਕ ਨੰਬਰ ਤੋਂ ਰਹਿ ਜਾਓਗੇ, ਦੋ ਨੰਬਰ ਤੋਂ ਰਹਿ ਜਾਓਗੇ, ਉਹਦਾ ਬੜਾ ਦੁੱਖ ਹੁੰਦਾ। ਚਲੋ ਜੀ ਆਪਣੇ ਗੱਲ ਕਰਦੇ ਹਾਂ ਇਸਲਾਮ ਇੰਡੀਆ 'ਚ ਕਦੋਂ ਆਇਆ। 8ਵੀਂ ਸੈਂਚੁਰੀ 'ਚ 712 ਤੋਂ 714 ਸਾਲਾਂ ਦੇ ਵਿੱਚ ਆਇਆ, ਯਾਨੀ ਕਿ 712 ਈਸਵੀ 'ਚੋਂ ਲੈ ਕੇ 714 ਈਸਵੀ 'ਚ ਦੱਸਦੇ ਆ। ਮੁਹੰਮਦ ਬਿਨ ਕਾਸਿਮ ਪਹਿਲਾ ਸੀਗਾ ਜਿਹੜਾ ਇੰਡੀਆ ਦੇ ਵਿੱਚ ਅਰਬ ਆਕਰਮਣ ਕੀਤਾ, ਪਹਿਲਾ ਬੰਦਾ ਸੀ, ਇਹਨੇ ਐਂਟਰੀ ਕੀਤੀ ਸੀ। ਪੁੱਛ ਸਕਦੇ ਆ, ਵਧੀਆ ਕੁਐਸਚਨ ਹੈ। ਅਟੈਕ ਕੀਤਾ ਇਹਨੇ ਮੁਲਤਾਨ 'ਤੇ, ਸਾਊਥ ਪੰਜਾਬ 'ਤੇ, ਇਸ ਲਈ ਪੰਜਾਬ ਦਾ ਕੁਐਸਚਨ ਇੰਪੋਰਟੈਂਟ ਹੋ ਗਿਆ। 10ਵੀਂ ਸੈਂਚੁਰੀ ਦੇ ਵਿੱਚ 977 ਦੇ ਟਾਈਮ ਦੇ ਵਿੱਚ ਆਏ ਤੁਰਕੀ। ਹੁਣ 977 ਫਿਰ ਆ ਗਿਆ ਦੇਖੋ 977 ਯਾਨੀ ਕਿ 10ਵੀਂ ਸੈਂਚੁਰੀ ਹੈ, 9ਵੀਂ ਸੈਂਚੁਰੀ ਨਹੀਂ ਗਈ ਹੈ। ਤਾਂ ਫਿਰ ਸੁਬੁਕਦੀਨ ਨਾਮ ਦਾ ਬੰਦਾ ਸੀ ਜਿਹੜਾ ਤੁਰਕੀ ਸੀਗਾ, ਉਹਨੇ ਅਟੈਕ ਕੀਤਾ। ਤੁਰਕੀਆਂ ਦਾ ਵੀ ਪੁੱਛ ਲੈਂਦੇ ਕਿ ਸਭ ਤੋਂ ਪਹਿਲਾਂ ਤੁਰਕੀ ਕਿਹੜਾ ਹੈ, ਸੁਬੁਕਦੀਨ ਆਇਆ। ਸੁਬੁਕਦੀਨ ਦਾ ਹੀ ਮੁੰਡਾ ਸੀ ਮੁਹੰਮਦ ਗਜ਼ਨਵੀ ਨੇ 17 ਆਕਰਮਣ ਕੀਤੇ ਆਪਣੇ ਇੰਡੀਆ 'ਤੇ, ਜਿਹਦੇ ਵਿੱਚੋਂ ਸੋਮਨਾਥ ਦਾ ਮੰਦਿਰ ਬੜਾ ਇੰਪੋਰਟੈਂਟ ਰਿਹਾ, ਇਹਦੇ ਉੱਤੇ ਬੜਾ ਅਟੈਕ ਕੀਤਾ ਉਹਨੇ। ਫਿਰ ਗੱਲ ਕਰਦੇ ਹਾਂ ਆਪਾਂ ਫਿਰ ਆ ਜਾਂਦਾ ਗੋਰੀ ਰਾਜਵੰਸ਼ ਦਾ ਟਾਈਮ ਆ ਜਾਂਦਾ 12ਵੀਂ ਸੈਂਚੁਰੀ 'ਚ, ਯਾਨੀ ਕਿ 1191 ਦੇ ਟਾਈਮ 'ਚ। ਤਰਾਇਨ ਦੀ ਫਸਟ ਲੜਾਈ ਕਰਦਾ। ਤਰਾਇਨ ਦਾ ਯੁੱਧ ਬੜਾ ਇੰਪੋਰਟੈਂਟ ਹੈ ਜਿੱਥੇ ਪ੍ਰਿਥਵੀ ਰਾਜ ਚੌਹਾਨ ਪਹਿਲੀ ਵਾਰ ਤਾਂ ਮੁਹੰਮਦ ਗੋਰੀ ਨੂੰ ਹਰਾ ਦਿੰਦਾ। ਜਦੋਂ 1191 'ਚ ਯੁੱਧ ਹੁੰਦਾ ਰਾਜਸਥਾਨ ਦਾ ਰਾਜਾ ਹੈ ਪ੍ਰਿਥਵੀ ਰਾਜ ਚੌਹਾਨ ਰਾਜਵੰਸ਼ ਦਾ। ਚੌਹਾਨ ਰਾਜਵੰਸ਼ ਰਾਜਸਥਾਨ ਦੇ ਵਿੱਚ ਚੱਲਦਾ ਸੀਗਾ ਉਸੇ ਟਾਈਮ। ਉਹਨਾਂ ਨੇ ਚੌਹਾਨ ਰਾਜਵੰਸ਼ ਆਪਣੇ ਅਜਮੇਰ ਵਾਲੀ ਸਾਈਡ ਪੈ ਜਾਂਦਾ ਹੈਗਾ ਅਤੇ ਇਹਨਾਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ। ਪ੍ਰਿਥਵੀ ਰਾਜ ਚੌਹਾਨ ਬਹੁਤ ਹੀ ਸ਼ਕਤੀਸ਼ਾਲੀ ਆਪਣਾ ਟਾਈਮ ਦਾ ਰਾਜਾ ਰਿਹਾ ਹੋਇਆ ਸੀ ਉਸ ਟਾਈਮ, ਤਾਂ ਮੁਹੰਮਦ ਗੋਰੀ ਨੂੰ ਇਹਨੇ ਹਰਾਤਾ। ਮੁਹੰਮਦ ਗੋਰੀ ਕਿਸੇ ਦਲ ਬਦਲੀ ਵਾਲੀ ਪ੍ਰਕਿਰਤੀ ਜਿਹਦਾ ਬੰਦਾ ਸੀਗਾ, ਯਾਨੀ ਕਿ ਮੁੱਕਰਨ ਵਾਲਾ ਗੱਲ ਤੋਂ ਮੁੱਕਰ ਜਾਂਦਾ ਸੀਗਾ ਇਹ। ਤਾਂ ਇਹਨਾਂ ਨੇ ਪਹਿਲਾਂ ਸਮਝੌਤਾ ਜਿਹਾ ਕਰ ਲਿਆ ਕਿ ਵੀ ਠੀਕ ਹੈ ਹੁਣ ਆਪਾਂ ਲੜਦੇ ਨਹੀਂ, ਕਿ ਤੂੰ ਹਾਰ ਤਾਂ ਗਿਆ, ਤੂੰ ਜਾਵੜਾ ਵਾਪਸ। ਇਹਨੇ 1192 'ਚ ਫਿਰ ਲੜਾਈ ਸ਼ੁਰੂ ਕਰਤੀ। ਪ੍ਰਿਥਵੀ ਰਾਜ ਚੌਹਾਨ ਕਹਿੰਦਾ ਚਲੋ ਠੀਕ ਹੈ ਯਾਰ ਆ ਗਿਆ ਪੁੱਟਾ, ਫਿਰ ਆਪਾਂ ਹਰਾ ਦਿੰਦੇ ਕਿਉਂਕਿ ਬੜਾ ਸ਼ਕਤੀਸ਼ਾਲੀ ਸੀ। ਅਤੇ ਇਹਨਾਂ ਨੇ ਕੀ ਕੀਤਾ, ਯੁੱਧ ਬਹੁਤ ਜਿੱਤੀ ਜਾਂਦੇ ਸੀ, ਪ੍ਰਿਥਵੀ ਰਾਜ ਚੌਹਾਨ ਯੁੱਧ ਜਿੱਤੀ ਜਾਂਦਾ ਸੀ, ਪਰ ਮੁਹੰਮਦ ਗੋਰੀ ਨੇ ਰਾਤ ਨੂੰ ਜਦੋਂ ਯੁੱਧ ਬੰਦ ਹੋ ਗਿਆ, ਕਿਉਂਕਿ ਸ਼ਾਮ ਨੂੰ ਯੁੱਧ ਬੰਦ ਹੋ ਜਾਂਦਾ ਸੀਗਾ, ਅਤੇ ਸ਼ਾਮ ਨੂੰ ਜਦੋਂ ਯੁੱਧ ਬੰਦ ਹੋ ਗਿਆ ਇਹਨਾਂ ਨੇ ਕੀ ਕੀਤਾ, ਮੁਹੰਮਦ ਗੋਰੀ ਵਾਲਿਆਂ ਨੇ ਕੀ ਕੀਤਾ, ਸੈਨਾ ਨੂੰ ਦਿਖਾਤਾ ਕਿ ਅਸੀਂ ਵਾਪਸ ਜਾ ਰਹੇ ਹਾਂ। ਤਾਂ ਪ੍ਰਿਥਵੀ ਰਾਜ ਚੌਹਾਨ ਹੋਰਾਂ ਨੇ ਸੋਚਿਆ ਵੀ ਸੈਨਾ ਪੁੱਠੀ ਜਾ ਰਹੀ ਹੈ, ਤਾਂ ਇਹਨਾਂ ਨੇ ਰਾਤ ਨੂੰ ਮਤਲਬ ਪਸ਼ੂਆਂ ਦੇ ਉੱਤੇ ਅੱਗ ਜਗਾ ਕੇ ਅਤੇ ਉਹਨਾਂ ਨੂੰ ਪਿੱਛੇ ਕਰਦੇ ਹੋਏ ਦਿਖਾਤਾ ਤਾਂ ਕਿ ਉਹਨਾਂ ਨੂੰ ਲੱਗੇ ਵੀ ਸੈਨਾ ਪੁੱਠੀ ਚਲੀ ਗਈ। ਆਰਾਮ ਨਾਲ ਸੌਂ ਗਏ। ਇਹਨਾਂ ਨੇ ਫਿਰ ਅਟੈਕ ਕਰਤਾ ਔਰ ਉਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਬਚਾ ਕੇ ਨਿਕਲਿਆ। ਘਾਇਲ ਹੋ ਗਿਆ ਸੀਗਾ, ਇਹਨੂੰ ਬਚਾ ਕੇ ਸੈਨਾਪਤੀ ਨੇ ਕੱਢਿਆ, ਲੇਕਿਨ ਲਾਸਟ 'ਚ ਕੀ ਹੋ ਗਿਆ, ਕਿਸੇ ਨਾ ਕਿਸੇ ਥੋੜ੍ਹੇ ਟਾਈਮ ਬਾਅਦ ਇਹਨਾਂ ਦੀ ਡੈਥ ਹੋ ਗਈ ਸੀਗੀ।
ਉਸ ਤੋਂ ਬਾਅਦ 1206 ਦੇ ਵਿੱਚ ਜਾ ਕੇ ਗੌਰੀ ਵੀ ਡੈਡ ਹੋ ਗਿਆ, ਗੌਰੀ ਦੀ ਵੀ ਡੈਥ ਹੋ ਗਈ। ਉੱਥੋਂ ਸ਼ੁਰੂ ਹੋ ਜਾਂਦੀ ਹੈ ਦਿੱਲੀ ਡਾਇਨੈਸਟੀ, ਯਾਨੀ ਕਿ ਦਿੱਲੀ ਦੇ ਵਿੱਚ ਜੇ ਰਾਜਵੰਸ਼ ਸ਼ੁਰੂ ਹੋ ਜਾਂਦਾ ਜਾਂ ਦਿੱਲੀ ਸਲਤਨਤ ਕਹਿੰਦੇ ਆਪਾਂ, ਦਿੱਲੀ ਸਲਤਨਤ ਸ਼ੁਰੂ ਹੋ ਜਾਂਦੀ ਹੈ। ਦਿੱਲੀ ਸਲਤਨਤ ਦੇ ਵਿੱਚੋਂ ਕੁਐਸਚਨ ਬੜੇ ਪੁੱਛੇ ਜਾਂਦੇ ਹੈਗੇ, ਪੰਜਾਬ 'ਚ ਵੀ ਪੁੱਛੇ ਜਾਂਦੇ, ਹਰ ਐਗਜ਼ਾਮ 'ਚ ਪੁੱਛੇ ਜਾਂਦੇ। ਕੋਈ ਦਿੱਲੀ ਸਲਤਨਤ ਹੋ ਗਿਆ, ਫਿਰ ਮੁਗਲ ਕਾਲ ਹੋ ਗਿਆ। ਪੇਪਰ ਤੁਹਾਨੂੰ ਪਤਾ ਹੀ ਹੈ, ਮੁਗਲ ਕਾਲਾਂ ਦੇ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਪੇਪਰਾਂ 'ਚ, ਅੱਜ ਤੱਕ ਪੁੱਛਦੇ ਹੀ ਆਏ ਆ। ਸਲੀਮ ਨੂੰ ਬੜਾ ਯਾਦ ਕੀਤਾ ਜਾਂਦਾ, ਅਨਾਰਕਲੀ ਅਤੇ ਸਲੀਮ ਦੀ ਸਟੋਰੀਆਂ ਬੜੀ ਯਾਦ ਕੀਤੀਆਂ ਜਾਂਦੀਆਂ। ਐਕਚੁਅਲੀ ਜੋ ਕੌਣ ਸੀ? ਜਹਾਂਗੀਰ ਸੀਗਾ ਉਹ, ਜਿਹਨੂੰ ਆਪਾਂ ਲਾਈਕ ਨਹੀਂ ਕਰਦੇ, ਪਰ ਆਪਾਂ ਨੂੰ ਪੜ੍ਹਾਇਆ ਤਾਂ ਆਇਆ ਗਿਆ ਨਾ ਕਿ ਜਹਾਂਗੀਰ ਸਲੀਮ ਦੀ ਸਟੋਰੀ ਸੁਣਾਤੀ। ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਸੁਣਾਈਆਂ ਗਈਆਂ, ਆਪਾਂ ਨੂੰ ਐਕਚੁਅਲੀ ਗੁਰੂਆਂ ਦੇ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਗਾ। ਤਾਂ ਮੇਰਾ ਮਕਸਦ ਤੁਹਾਨੂੰ ਸਾਰੀਆਂ ਚੀਜ਼ਾਂ ਡੀਪਲੀ ਦੱਸਣਾ ਹੈਗੀਆਂ। ਤਾਂ ਮੈਂ ਤੁਹਾਨੂੰ ਪਹਿਲਾਂ ਜੋ ਮੁਸਲਿਮ ਜੋ ਹੈਗੇ ਆ ਕਮਿਊਨਿਟੀ, ਜਿਹੜੀ ਇਹਨਾਂ ਨੇ ਜੋ ਅਟੈਕ ਕੀਤੇ ਆ, ਜੋ ਇਹਨਾਂ ਨੇ ਕੰਮ ਕੀਤੇ, ਮੈਂ ਉਹਨਾਂ ਬਾਰੇ ਥੋੜ੍ਹਾ ਇਸ ਲਈ ਦੱਸ ਰਿਹਾ ਕਿਉਂਕਿ ਇਹਨਾਂ ਦਾ ਕਿਤੇ ਨਾ ਕਿਤੇ ਰੋਲ ਗੁਰੂ ਪੀਰੀਅਡ ਨਾਲ ਬੜਾ ਰਿਹਾ। ਤਾਂ ਮੈਂ ਤੁਹਾਨੂੰ ਉਹ ਚੀਜ਼ਾਂ ਕਵਰ ਕਰਦੇ ਹੋਏ ਨਾਲ ਲੈ ਕੇ ਜਾ ਰਿਹਾ ਤਾਂ ਕਿ ਕਨਫਿਊਜ਼ਨ ਨਾ ਬਣੇ ਤੁਹਾਡੀ। ਠੀਕ ਹੈ, 1206 ਦੇ ਵਿੱਚ ਗੌਰੀ ਦੀ ਜਿਹੜੀ ਰਾਜਵੰਸ਼ ਸੀ ਉਹ ਖਤਮ ਹੋ ਗਿਆ। ਹੁਣ ਸ਼ੁਰੂ ਹੋ ਗਿਆ ਇੱਥੇ ਦਿੱਲੀ ਸਲਤਨਤ। ਦਿੱਲੀ ਸਲਤਨਤ ਦੇ ਵਿੱਚ 5 ਕਾਲ ਆਏ, 5 ਟਾਈਮ ਆਏ, 5 ਪ੍ਰਕਾਰ ਦੇ ਲੋਕਾਂ ਨੇ ਉੱਥੇ ਰਾਜ ਕੀਤਾ। 5 ਪ੍ਰਕਾਰ ਦੇ ਲੋਕਾਂ ਦਾ ਮਤਲਬ ਹੋ ਗਿਆ ਕਿ 5 ਡਾਇਨੈਸਟੀਆਂ ਆ ਗਈਆਂ ਉੱਥੇ। ਆਪਾਂ ਉਹ ਡਾਇਨੈਸਟੀਆਂ ਵੀ ਯਾਦ ਕਰਨੀਆਂ, ਉਹਨਾਂ ਦੇ ਕਰਮ ਬੜਾ ਜ਼ਰੂਰੀ ਹੈ। ਕਰਮ ਇਸ ਲਈ ਜ਼ਰੂਰੀ ਹੈ, ਕਈ ਵਾਰ ਪੁੱਛ ਲੈਂਦੇ ਐਗਜ਼ਾਮ 'ਚ ਕਿ ਬਈ ਪਹਿਲਾਂ ਦਿੱਲੀ ਸਲਤਨਤ ਦੇ ਵਿੱਚ ਖਿਲਜੀ ਵੰਸ਼ ਆਇਆ ਸੀ ਕਿ ਤੁਗਲਕ ਵੰਸ਼ ਆਇਆ ਸੀ, ਤੁਗਲਕ ਆਇਆ ਸੀ ਕਿ ਸੈਂਦ ਆਇਆ ਸੀ। ਤਾਂ ਬੜੀ ਕਨਫਿਊਜ਼ਨ ਜਿਹੀ ਹੋ ਜਾਂਦੀ। ਮੈਂ ਇੱਕ ਥੋੜ੍ਹੀ ਜਿਹੀ ਛੋਟੀ ਟ੍ਰਿਕ ਬਣਾਈ ਹੈ, ਯਾਦ ਰਹੂਗੀ ਤੁਹਾਡੇ, ਤਾਂ ਥੋੜ੍ਹਾ ਜਿਹਾ ਸਮਝ ਲਿਓ ਇਹਨੂੰ ਮਾੜਾ ਜਿਹਾ। ਆਹ ਹੈਗਾ ਅੰਗੂਠਾ ਆਪਣਾ, ਥੰਮ ਕਹਿ ਦਿੰਦੇ ਆਪਾਂ ਜਿਹਨੂੰ। ਥੰਮ ਹਮੇਸ਼ਾ ਦੂਜੀ 4 ਜਿਹੜੀਆਂ ਫਿੰਗਰਸ ਰਹਿ ਗਈਆਂ ਉਹਨਾਂ ਦਾ ਹਮੇਸ਼ਾ ਗੁਲਾਮ ਰਹਿੰਦਾ, ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਉਂਗਲ ਨੂੰ ਚੱਕ ਕੇ ਕੁਛ ਵੀ ਰੋਟੀ ਖਾਣੀ ਹੈ ਜਾਂ ਕੋਈ ਵੀ ਕੰਮ ਕਰਨਾ ਤਾਂ ਤੁਹਾਨੂੰ ਅੰਗੂਠਾ ਹਮੇਸ਼ਾ ਉਹਨਾਂ ਦਾ ਗੁਲਾਮ ਹੈ, ਉਹਨਾਂ ਦੇ ਨਾਲ ਚੱਲੂਗਾ। ਤਾਂ ਤੁਸੀਂ ਗੁਲਾਮ ਡਾਇਨੈਸਟੀ ਨੂੰ ਯਾਦ ਕਰ ਸਕਦੇ ਹੋ। ਇੱਥੇ ਪਹਿਲਾਂ ਆ ਗਿਆ ਗੁਲਾਮ ਵੰਸ਼। ਤੁਸੀਂ ਵੀ ਰਾਈਟ ਹੈਂਡ ਆਪਣਾ ਚੱਕ ਸਕਦੇ ਹੋ, ਨਾਲ ਰਾਈਟ ਹੈਂਡ ਨੂੰ ਲੈ ਕੇ ਤੁਸੀਂ ਫੀਲ ਕਰੋਗੇ ਕਿ ਤੁਹਾਨੂੰ ਯਾਦ ਹੋ ਜਾਣਗੀਆਂ ਸਾਰੀਆਂ ਚੀਜ਼ਾਂ। ਗੁਲਾਮ ਵੰਸ਼ ਤੋਂ ਬਾਅਦ ਆਹ ਜਿਹੜੀ ਉਂਗਲ ਹੈਗੀ ਆ ਨਾ, ਆਪਣੇ ਹਮੇਸ਼ਾ ਖੁਜਲੀ ਕਰਨ ਦੇ ਕੰਮ ਆਉਂਦੀ ਹੈ ਜਾਂ ਖੁਰਕ ਕਰਨ ਦੇ ਕੰਮ ਆਉਂਦੀ, ਤੁਸੀਂ ਕਰਕੇ ਵੀ ਦੇਖੋਗੇ ਹੁਣ। ਅਤੇ ਇਹ ਜਿਹੜੀ ਹੈਗੀ ਆ, ਇਹਨੂੰ ਆਪਾਂ ਯਾਦ ਕਰਾਂਗੇ ਖਿਲਜੀ ਨਾਲ। ਖੁਜਲੀ ਨਹੀਂ ਯਾਦ ਕਰਾਂਗੇ, ਖਿਲਜੀ ਯਾਦ ਕਰਾਂਗੇ। ਫਿਰ ਜਿਹੜੀ ਆਹ ਉਂਗਲ ਸਭ ਤੋਂ ਵੱਡੀ ਉਂਗਲ ਹੈਗੀ ਜਿਹੜੀ, ਉਹ ਸਭ ਤੋਂ ਵੱਡੇ ਨਾਮ ਦੇ ਨਾਲ ਜੋੜ ਦਾਂਗੇ। ਸਭ ਤੋਂ ਵੱਡਾ ਨਾਮ ਕਿਹੜਾ? ਤੁਗਲਕ। ਤੁਗਲਕ ਡਾਇਨੈਸਟੀ। ਤੁਗਲਕ ਦੇ ਵਿੱਚ ਨਾਮ ਵੀ 4 ਅੱਖਰਾਂ ਦਾ ਬਣਦਾ, TU। ਤੁਗਲਕ ਮਤਲਬ ਹਿੰਦੀ 'ਚ ਜਾਂ ਪੰਜਾਬੀ 'ਚ ਤੁਸੀਂ ਪੜ੍ਹੋਗੇ ਤਾਂ ਤੁਗਲਕ 4 ਅੱਖਰਾਂ ਦਾ। ਤਾਂ ਸਭ ਤੋਂ ਵੱਡਾ ਨਾਮ 'ਚ, ਔਰ ਸਭ ਤੋਂ ਹੀ ਜ਼ਿਆਦਾ ਇਹਨਾਂ ਨੇ ਰਾਜ ਕੀਤਾ, ਸਭ ਤੋਂ ਜ਼ਿਆਦਾ ਰੂਲ ਇਹਨਾਂ ਨੇ ਕੀਤਾ। ਯਾਨੀ ਕਿ ਜੇ ਤੁਹਾਨੂੰ ਸਲਤਨਤ 'ਚ ਪੁੱਛਣਗੇ, ਦਿੱਲੀ ਸਲਤਨਤ 'ਚ ਸਭ ਤੋਂ ਜ਼ਿਆਦਾ ਰੂਲ ਕਿਹਨੇ ਕੀਤਾ? ਤਾਂ ਤੁਗਲਕ ਨੇ, ਕਿਉਂਕਿ ਨਾਮ 'ਚ ਵੱਡਾ ਔਰ ਮੈਂ ਫਿੰਗਰ ਵੀ ਇਹਦੇ ਵਿੱਚ ਵੱਡੀ ਯੂਜ਼ ਕਰ ਰਿਹਾ। ਅਤੇ ਤੀਜਾ ਚੌਥਾ ਹੈਗਾ ਸੈਂਦ ਵੰਸ਼। ਸੈਂਦ ਵੰਸ਼ ਵੀ ਹੈਗਾ ਇੱਕ, ਸੈਂਦ ਵੰਸ਼, ਸੈਂਦ ਡਾਇਨੈਸਟੀ ਬੋਲ ਦਾਂਗੇ ਇਹਨੂੰ। ਠੀਕ ਹੈ ਜੀ। ਫਿਰ ਆ ਗਿਆ ਇਹ ਚੌਥਾ ਹੈਗਾ ਜਿਹੜਾ ਲੋਧੀ ਰਾਜਵੰਸ਼। ਲੋਧੀ ਰਾਜਵੰਸ਼ ਤਾਂ ਲਾਸਟ 'ਚ ਹੈਗਾ, ਕਿਉਂਕਿ ਮੁਗਲਾਂ ਨੇ ਜਦੋਂ ਅਟੈਕ ਕੀਤਾ ਸੀ, ਯਾਨੀ ਬਾਬਰ ਨੇ ਜਦੋਂ ਅਟੈਕ ਕੀਤਾ ਸੀ, ਉਦੋਂ 1526 ਦੇ ਵਿੱਚ ਲੋਧੀਆਂ ਨੂੰ ਹਰਾਇਆ ਸੀਗਾ, ਇਬਰਾਹਿਮ ਲੋਧੀ ਨੂੰ। ਤਾਂ ਲੋਧੀ ਰਾਜਵੰਸ਼ ਸਭ ਤੋਂ ਲਾਸਟ ਹੈਗਾ। ਔਰ ਲੋਧੀ ਦੇ ਵਿੱਚ ਆਪਾਂ ਨੂੰ ਯਾਦ ਕਰ ਲਿਆ ਲੋਧੀ ਰਾਜਵੰਸ਼। ਤਾਂ ਤੁਹਾਨੂੰ ਯਾਦ ਹੋ ਗਿਆ ਗੁਲਾਮ, ਖਿਲਜੀ, ਤੁਗਲਕ ਔਰ ਸੈਂਦ ਔਰ ਲੋਧੀ। ਲੋਧੀ ਸਾਰਿਆਂ 'ਚੋਂ ਲਾਸਟ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਲੋਧੀ ਡਾਇਨੈਸਟੀ ਦੀ। ਲੋਧੀ ਡਾਇਨੈਸਟੀ ਸਭ ਤੋਂ ਲਾਸਟ ਹੋ ਗਈ। 1451 ਤੋਂ ਸ਼ੁਰੂ ਹੋਈ ਸੀ ਅਤੇ 1526 ਤੱਕ ਖਤਮ ਹੁੰਦੀ ਹੈ। 1451 ਦੇ ਵਿੱਚ ਇੱਕ ਬਹਿਲੋਲ ਲੋਧੀ ਸੀ, ਬੀ ਤੋਂ ਸ਼ੁਰੂ ਹੁੰਦਾ, ਬੀ ਨਾਮ ਦੇ ਵਿੱਚ ਵੀ ਸਭ ਤੋਂ ਪਹਿਲਾਂ ਸ਼ੁਰੂ ਹੋ ਰਿਹਾ। ਕਈ ਵਾਰ ਪੁੱਛ ਲੈਂਦੇ ਆ ਲੋਧੀ ਰਾਜਵੰਸ਼ ਦਾ ਸਭ ਤੋਂ ਪਹਿਲਾ ਰਾਜਾ ਕਿਹੜਾ ਸੀ? ਤਾਂ ਬਹਿਲੋਲ ਲੋਧੀ ਸੀ। ਬਹਿਲ ਤੋਂ ਸਿਕੰਦਰ ਹੋਇਆ, ਸਿਕੰਦਰ ਤੋਂ ਇਬਰਾਹਿਮ ਹੋ ਗਿਆ। ਬਹਿਲੋਲ ਲੋਧੀ ਦੇ ਕੋਲ ਇੱਕ ਬੰਦਾ ਸੀ ਤਤਕਰ ਖਾਨ। ਇਹ ਕੌਣ ਹੈ ਜੀ? ਹੁਣ ਇਹ ਗਵਰਨਰ ਹੈ ਪੰਜਾਬ ਦਾ। ਉਸ ਟਾਈਮ ਦੇ ਵਿੱਚ ਇਹਨੂੰ ਗਵਰਨਰ ਬਣਾਤਾ, ਲੈ ਵੀ ਸ਼ੇਰਾ ਤੂੰ ਪੰਜਾਬ ਸੰਭਾਲ, ਪੰਜਾਬ ਦੇਖ। ਇਹ ਜਾਂਦੇ ਹੀ ਪੰਜਾਬ 'ਚ ਪਾਪੀ ਹੋ ਗਿਆ। ਇਹਨੇ ਸਮਝ ਲਿਆ ਕਿ ਪੰਜਾਬ ਬਹੁਤ ਵਧੀਆ ਏਰੀਆ ਹੈ, ਕਿਉਂ ਨਾ ਮੈਂ ਇਹਦੇ ਉੱਤੇ ਕਬਜ਼ਾ ਕਰ ਲਾਂ, ਕਿਉਂਕਿ ਬਹਿਲੋਲ ਲੋਧੀ ਉਨਾ ਜ਼ਿਆਦਾ ਵਧੀਆ ਰਾਜਾ ਹੈ ਨਹੀਂ ਸੀਗਾ। ਠੀਕ ਹੈ ਜੀ। ਫਿਰ ਇਹਨੇ ਕਿ ਤਤਕਰ ਖਾਨ ਨੇ ਕੀ ਕੀਤਾ, ਉੱਥੇ ਰੂਲ ਕਰਨ ਦਾ ਥੋੜ੍ਹਾ ਮਤਲਬ ਪਲਾਨਿੰਗ ਕਰਨੀ ਸ਼ੁਰੂ ਕੀਤੀ। ਪਲਾਨਿੰਗ ਕਰਦੇ ਬਹਿਲੋਲ ਲੋਧੀ ਨੂੰ ਕੰਨਾਂ 'ਚ ਖਬਰ ਆ ਗਈ ਕਿ ਵੀ ਐਂ ਕਰਕੇ ਤਤਕਰ ਖਾਨ ਉੱਥੇ ਰੂਲ ਕਰਨ ਲੱਗ ਗਿਆ, ਆਪਣੇ ਨਿਯਮ ਬਣਾਉਣ ਲੱਗ ਗਿਆ। ਤਾਂ ਤੁਸੀਂ ਦੇਖ ਲਓ ਇਹ ਕੀ ਕਰਦਾ, ਆਪਦਾ ਮੁੰਡਾ ਉਹਨੂੰ ਜਵਾਨ ਹੋ ਜਾਂਦਾ, ਮੁੰਡੇ ਨੂੰ ਕਹਿੰਦਾ ਵੀ ਸਿਕੰਦਰ ਲੋਧੀ ਤੂੰ ਜਾ ਅਤੇ ਤਤਕਰ ਖਾਨ ਨੂੰ ਮਿਲ ਕੇ ਆ ਅਤੇ ਉਹਨੂੰ ਜੋ ਬੰਨ ਪੈਂਦਾ ਉਹ ਕਰ। ਇਹ ਜਾਂਦਾ ਅਤੇ ਇਹ ਜਾ ਕੇ ਦੇਖਦਾ ਕਿ ਤਤਕਰ ਖਾਨ ਦਾ ਬੜਾ ਐਂਟੀ ਹੋ ਗਿਆ ਅਤੇ ਫਿਰ ਇਹ ਯੁੱਧ ਹੋ ਜਾਂਦਾ। ਯੁੱਧ ਹੁੰਦਾ ਅਤੇ ਇਹਨੂੰ ਪਨਿਸ਼ਮੈਂਟ ਦਿੰਦਾ ਜਾਂ ਇਹਨੂੰ ਸਜ਼ਾ ਦਿੰਦਾ। ਉੱਥੋਂ ਫਿਰ ਇਹ ਤਤਕਰ ਖਾਨ ਨੂੰ ਮਾਰ ਦਿੰਦਾ। ਮਾਰਨ ਤੋਂ ਬਾਅਦ ਕੀ ਹੁੰਦਾ, ਸਿਕੰਦਰ ਥੋੜ੍ਹੇ ਟਾਈਮ ਬਾਅਦ ਜਦੋਂ ਬਹਿਲੋਲ ਖਾਨ ਲੋਧੀ ਦੀ ਡੈਥ ਹੋ ਜਾਂਦੀ, ਉਸ ਤੋਂ ਬਾਅਦ ਸਿਕੰਦਰ ਲੋਧੀ ਗੱਦੀ 'ਤੇ ਪੈਂਦਾ। ਹੁਣ ਸਿਕੰਦਰ ਲੋਧੀ ਜਦੋਂ ਗੱਦੀ 'ਤੇ ਪੈਂਦਾ, ਉੱਧਰ ਤਤਕਰ ਖਾਨ ਦਾ ਜਿਹੜਾ ਮੁੰਡਾ ਹੁੰਦਾ ਦੌਲਤ ਖਾਨ ਹੈ। ਦੌਲਤ ਖਾਨ ਨੂੰ ਇਹ ਕੀ ਕਰਦਾ, ਨਿਜ਼ਾਮ ਬਣਾਉਂਦਾ ਪੰਜਾਬ ਦਾ। ਹੁਣ ਤੁਸੀਂ ਸੋਚੋਗੇ ਕਿ ਯਾਰ ਪਿਓ ਨੂੰ ਤਾਂ ਮਾਰਿਆ ਇਹਨਾਂ ਨੇ, ਫਿਰ ਮੁੰਡੇ ਨੂੰ ਨਿਜ਼ਾਮ ਕਿਉਂ ਬਣਾਤਾ? ਕਿਉਂਕਿ ਮੁਸਲਿਮ ਡਾਇਨੈਸਟੀ 'ਚ ਜਿੰਨੀ ਵੀ ਜੋ ਹੋਈ ਹੈ, ਦਿੱਲੀ ਸਲਤਨਤ ਹੋਈ ਹੈ ਜਾਂ ਕੋਈ ਵੀ ਹੈ, ਇਹਨਾਂ 'ਚ ਕੀ ਹੋਇਆ, ਪਿਓ ਪੁੱਤ ਦੇ ਵੈਰੀ ਰਹੇ ਹੈ। ਠੀਕ ਹੈ।
ਤਾਂ ਪਿਓ ਪੁੱਤ ਦੀ ਆਪਸਰੀ 'ਚ ਬਣੀ ਨਹੀਂ ਇੱਥੇ। ਤਾਂ ਇਹ ਦੌਲਤ ਖਾਨ ਕਿੱਥੇ ਨਾ ਕਿਤੇ ਤਤਕਰ ਖਾਨ ਦਾ ਐਂਟੀ ਸੀਗਾ। ਤਾਂ ਸਿਕੰਦਰ ਲੋਧੀ ਨੇ ਕਿਹਾ ਵੀ ਇਹ ਤਾਂ ਐਂਟੀ ਹੈਗਾ, ਤਾਂ ਕਿਉਂ ਨਾ ਫਿਰ ਆਪਾਂ ਇਹਨੂੰ ਹੀ ਸੰਭਾਲੀਏ, ਕਿਉਂਕਿ ਨਿਜ਼ਾਮ ਬਣਾਇਆ ਹੋਇਆ ਸੀ ਇਹਨੂੰ। ਥੋੜ੍ਹੇ ਟਾਈਮ ਬਾਅਦ ਜਦੋਂ ਇਹ ਇਬਰਾਹਿਮ ਲੋਧੀ ਸੀਗਾ, ਉਦੋਂ ਛੋਟਾ ਸੀਗਾ, ਇਬਰਾਹਿਮ ਲੋਧੀ ਦਾ ਜਿਹੜਾ ਚਾਚਾ ਸੀਗਾ, ਅੰਕਲ ਸੀਗਾ, ਉਹਦਾ ਨਾਮ ਸੀ ਆਲਮ ਖਾਨ। ਆਲਮ ਖਾਨ ਇਹਦੇ ਕੰਨਾਂ 'ਚ ਜਾ ਕੇ ਠੀਕ ਹੈ ਜ਼ਹਿਰ ਭਰਦਾ ਹੈ ਕਿ ਵੀ ਠੀਕ ਹੈ ਤੂੰ ਸਿਕੰਦਰ ਲੋਧੀ ਨੂੰ ਆਪਾਂ ਕਿਵੇਂ ਨਾ ਕਿਵੇਂ ਮਾਰਾਂਗੇ, ਉਸ ਤੋਂ ਪਹਿਲਾਂ ਤੂੰ ਮੇਰਾ ਸਾਥ ਦੇ, ਯਾਨੀ ਕਿ ਪੰਜਾਬ ਵਾਸਤੇ ਤੂੰ ਮੇਰਾ ਸਾਥ ਦੇ, ਤੈਨੂੰ ਪੰਜਾਬ ਮਿਲ ਜੂਗਾ, ਮੈਨੂੰ ਦਿੱਲੀ ਮਿਲ ਜੂਗੀ। ਪਰ ਸਿਕੰਦਰ ਲੋਧੀ ਦੇ ਕੀ ਹੈ, ਥੋੜ੍ਹਾ ਜਿਹਾ ਕੰਨਾਂ 'ਚ ਖਬਰ ਪਹੁੰਚ ਜਾਂਦੀ ਹੈ, ਕੰਨਾਂ 'ਚ ਖਬਰ ਪਹੁੰਚਣੀ ਹੁੰਦੀ ਹੈ, ਕੋਈ ਰਾਜਾ ਹੁੰਦਾ ਦਿੱਲੀ ਦਾ ਇਹ। ਤਾਂ ਫਿਰ ਇਹ ਲੰਮੀ ਸਟੋਰੀ ਹੈਗੀ ਪਰ ਸ਼ੋਰਟ 'ਚ ਤੁਹਾਨੂੰ ਦੱਸ ਰਿਹਾ। ਫਿਰ ਦੌਲਤ ਖਾਨ ਨੂੰ ਕੀ ਕਰਦੇ ਹੈਗੇ, ਇਬਰਾਹਿਮ ਲੋਧੀ ਜਾਂਦਾ, ਇਬਰਾਹਿਮ ਲੋਧੀ ਕੀ ਕਰਦਾ, ਦੌਲਤ ਖਾਨ ਨੂੰ ਹਰਾ ਦਿੰਦਾ। ਉਸ ਤੋਂ ਬਾਅਦ ਇਬਰਾਹਿਮ ਲੋਧੀ ਰਾਜਾ ਬਣ ਜਾਂਦਾ। ਦੌਲਤ ਖਾਨ ਇਸ ਗੁੱਸੇ 'ਚ ਨਿਕਲ ਜਾਂਦਾ, ਹਿੱਲ ਏਰੀਆ 'ਚ ਨਿਕਲ ਜਾਂਦਾ, ਯਾਨੀ ਕਿ ਜੋ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਉੱਪਰ ਵਾਲਾ ਏਰੀਆ ਉਹਨਾਂ 'ਚ ਗਾਇਬ ਹੋ ਜਾਂਦਾ ਹੈਗਾ। ਹਿੱਲ ਏਰੀਆ 'ਚ ਰਹਿ ਕੇ ਉੱਥੋਂ ਫਿਰ ਹਿੱਲ ਏਰੀਆ 'ਚੋਂ ਜਿਵੇਂ ਆਪਣੇ ਕਸ਼ਮੀਰ ਵਾਲਾ ਏਰੀਆ, ਇੱਥੋਂ ਅਫਗਾਨਿਸਤਾਨ ਦੇ ਵਿੱਚ ਇੱਕ ਮੈਸੇਜ ਪਹੁੰਚਾਉਂਦਾ ਜਾਂ ਇੱਕ ਕਾਲ ਕਰਦਾ, ਤੁਸੀਂ ਸਿੱਧਾ ਯਾਦ ਰੱਖ ਲਓ, ਇੱਕ ਫੋਨ ਕਾਲ ਕਰਦਾ ਕਿਹਨੂੰ, ਬਾਬਰ ਨੂੰ। ਹੁਣ ਤੁਸੀਂ ਕਹੋਗੇ ਬਾਬਰ ਵਿਚਾਲੇ ਕਿੱਥੋਂ ਆ ਗਿਆ, ਬਾਬਰ ਦਾ ਟਾਈਮ ਆ ਗਿਆ, ਇਸ ਲਈ ਬਾਬਰ ਦਾ ਟਾਈਮ ਆ ਗਿਆ, ਇਸ ਲਈ ਬਾਬਰ ਨੂੰ ਕਾਲ ਕਰਨੀ ਪਊਗੀ, ਕਿਉਂਕਿ ਹਿਸਟਰੀ 'ਚ 1526 'ਚ ਆ ਜਾਂਦਾ, ਇਸ ਕਰਕੇ ਬਾਬਰ ਨੂੰ ਲੈ ਕੇ ਆਉਣਾ ਪੈਣਾ ਸਟੋਰੀ 'ਚ। ਬਾਬਰ ਨੂੰ ਅਫਗਾਨਿਸਤਾਨ ਕਾਲ ਕਰਦਾ। ਅਫਗਾਨਿਸਤਾਨ ਕਾਬੁਲ ਦੇ ਵਿੱਚ, ਕਾਬੁਲ ਦਾ ਉਹ ਸੂਬੇਦਾਰ ਹੁੰਦਾ, ਕਾਬੁਲ ਦਾ ਰਾਜਾ ਹੁੰਦਾ, ਉਹਨੇ ਪੂਰੀ ਲਗਭਗ ਉਸ ਏਰੀਆ ਨੂੰ ਜਿੱਤਿਆ ਹੁੰਦਾ। ਤਾਂ ਇਹਦਾ ਨਾਂ ਸੁਣਦੇ ਕਿ ਵੀ ਬਾਬਰ ਬੜਾ ਤਕੜਾ ਹੈ, ਬਾਬਰ ਬੜਾ ਹੈਲਪਫੁਲ ਹੈ। ਹੈਲਪਫੁਲ ਤਾਂ ਥੋੜ੍ਹੀ ਹੁੰਦਾ, ਉਹ ਝੂਠਾ ਮੋਟਾ ਹੈਲਪ ਕਰਨ ਦੇ ਬਹਾਨੇ ਆਉਂਦਾ ਔਰ ਫਿਰ ਉੱਥੇ ਰਾਜ ਕਰ ਲੈਂਦਾ। ਇਹ ਕੀ ਕਹਿੰਦਾ ਵੀ ਜਿਹੜਾ ਇਹ ਹੈਗਾ ਦੌਲਤ ਖਾਨ, ਇਹ ਦੌਲਤ ਖਾਨ ਕੀ ਕਰਦਾ ਹੈ, ਬਾਬਰ ਕੋਲ ਮੈਸੇਜ ਪਹੁੰਚਾਉਂਦਾ ਹੈ ਵੀ ਤੂੰ ਇੱਥੇ ਪੰਜਾਬ 'ਚ ਆ, ਪੰਜਾਬ ਬਹੁਤ ਵਧੀਆ ਏਰੀਆ ਹੈ, ਤੂੰ ਕਿੱਥੇ ਅਫਗਾਨਿਸਤਾਨ 'ਚ ਘੁੰਮੀ ਜਾਂਦਾ ਹੈਗਾ, ਤਾਂ ਇੱਥੇ ਆਏਗਾ, ਇੱਥੇ ਆ ਕੇ ਤੂੰ ਰਾਜ ਕਰ, ਤੂੰ ਦਿੱਲੀ 'ਤੇ ਰਾਜ ਕਰ, ਮੈਨੂੰ ਪੂਰਾ ਪੰਜਾਬ ਦੇ। ਉਸ ਤੋਂ ਬਾਅਦ ਦੌਲਤ ਖਾਨ ਜਿਹੜਾ ਇਹਨੂੰ ਮੈਸੇਜ ਪਹੁੰਚਾਉਂਦਾ, ਇਹ ਉੱਥੋਂ ਆਉਂਦਾ ਅਤੇ ਆ ਕੇ ਮੁਲਤਾਨ ਏਰੀਆ ਜਿੱਤ ਲੈਂਦਾ ਸਾਰਾ। ਮੁਲਤਾਨ ਏਰੀਆ ਜਿੱਤ ਕੇ ਇਹਨੂੰ ਜਲੰਧਰ ਦੇ ਦਿੰਦਾ। ਇਹਨੂੰ ਜਲੰਧਰ ਦੇ ਕੇ ਫਿਰ ਇਹਨੇ ਫਸਟ ਪਾਣੀਪਤ ਦਾ ਯੁੱਧ ਕਰਦਾ, ਦੇਖੋ ਇੱਥੇ ਆਉਂਦਾ। ਫਿਰ ਇੱਥੇ ਬਾਬਰ ਆਉਂਦਾ 1526 ਦੇ ਵਿੱਚ ਆ ਕੇ, ਹੁਣ ਮੁਗਲ ਡਾਇਨੈਸਟੀ ਸ਼ੁਰੂ ਹੋ ਗਈ 1526 ਤੋਂ। 1526 ਦੇ ਵਿੱਚ ਪਹਿਲਾਂ ਪਾਣੀਪਤ ਦਾ ਯੁੱਧ ਕਰਦਾ ਇਬਰਾਹਿਮ ਲੋਧੀ ਨਾਲ। ਇਬਰਾਹਿਮ ਲੋਧੀ ਕੌਣ ਹੈਗਾ, ਆਹੀ ਇਬਰਾਹਿਮ ਲੋਧੀ ਹੈ ਜੀ। ਐਸੇ ਇਬਰਾਹਿਮ ਲੋਧੀ ਵਾਸਤੇ ਦੌਲਤ ਖਾਨ ਸੱਦਦਾ ਹੈ ਕਿ ਬਈ ਇਹਨੂੰ ਮਾਰ ਤੂੰ। ਉਹ ਮਾਰ ਤਾਂ ਦਿੰਦਾ ਲੇਕਿਨ ਇਹਨੂੰ ਪੰਜਾਬ ਨਹੀਂ ਦਿੰਦਾ। ਕਿਹਨੂੰ, ਦੌਲਤ ਖਾਨ ਨੂੰ। ਦੌਲਤ ਖਾਨ ਲੋਧੀ ਨੂੰ ਪੰਜਾਬ ਨਹੀਂ ਦਿੰਦਾ ਔਰ ਫਿਰ ਇਹਦੇ ਵਾਸਤੇ ਰਿਬੈਲ ਸ਼ੁਰੂ ਕਰ ਦਿੰਦਾ। ਫਿਰ ਉਹਦੇ ਆਪਸਰੀ 'ਚ ਦੋਨਾਂ ਦੀ ਬਾਬਰ ਇਹਨੂੰ ਵੀ ਮਾਰ ਦਿੰਦਾ, ਬਾਅਦ 'ਚ ਦੌਲਤ ਖਾਨ ਨੂੰ ਵੀ। ਇਬਰਾਹਿਮ ਲੋਧੀ ਨੂੰ ਇੱਥੇ ਹਰਾਇਆ ਇਹਨੇ ਪਾਣੀਪਤ ਦੇ ਯੁੱਧ 'ਚ। ਬਹੁਤ ਤਕੜਾ ਰਾਜਾ ਸੀਗਾ। ਇਹਨੇ ਪਾਣੀਪਤ ਦੇ ਯੁੱਧ ਦੇ ਵਿੱਚ ਆ ਕੇ ਤੋਪ ਗੋਲਿਆਂ ਦਾ ਵੀ ਯੂਜ਼ ਕੀਤਾ। ਜਦੋਂ ਆਹ ਚੀਜ਼ਾਂ ਦੌਲਤ ਖਾਨ ਨੇ ਦੇਖਿਆ, ਕਹਿੰਦਾ ਤਾਂ ਪਤੰਦਰ ਬੜਾ ਖਤਰਨਾਕ ਹੈ। ਅਤੇ ਇਹ ਖਤਰਨਾਕ ਤਾਂ ਸੀਗਾ ਹੀ, ਕਿਉਂਕਿ ਫਿਰ ਇਹਨੇ ਆਉਂਦੇ ਸਰ ਪਾਣੀ ਨਹੀਂ ਪੀਤਾ। ਪਾਣੀ ਪੀ ਕੇ ਕਹਿੰਦਾ ਰੋਟੀ ਖਾਣੀ, ਸਿੱਧੀ ਖਾਣਾ ਹੀ ਖਾਣਾ ਮੈਂ। ਇਹ ਖਾਨਵਾ ਦਾ ਯੁੱਧ ਕਰ ਲਿਆ ਅਗਲੇ ਸਾਲ ਹੀ ਇਹਨੇ ਖਾਣਾ ਖਾ ਕੇ ਰਾਣਾ ਸਾਂਗਾ ਨਾਲ ਯੁੱਧ ਕਰ ਲਿਆ ਇਹਨੇ। ਰਾਣਾ ਸਾਂਗਾ ਉਸ ਟਾਈਮ ਰਾਜਾ ਸੀਗਾ ਆਪਣੇ ਗੁਹਿਲ ਵੰਸ਼ ਦਾ। ਗੁਹਿਲ ਵੰਸ਼ ਕਿੱਥੇ ਪੈ ਜਾਂਦਾ, ਇਹ ਰਾਜਸਥਾਨ 'ਚ ਪੈ ਜਾਂਦਾ। ਰਾਜਸਥਾਨ ਦੀ ਕਿੱਥੇ ਪੈਂਦਾ, ਉਦੈਪੁਰ 'ਚ। ਯਾਨੀ ਕਿ ਉਦੈਪੁਰ ਦੇ ਰਾਜੇ ਨਾਲ ਇਹ ਪੰਗਾ ਪਾ ਲੈਂਦਾ ਹੈ ਔਰ ਉਦੈਪੁਰ ਦੇ ਰਾਜੇ ਨੂੰ ਇਹ ਹਰਾ ਦਿੰਦਾ ਹੈ। ਇੱਥੋਂ ਇਹ ਖਾਨਵਾ ਦਾ ਯੁੱਧ ਵੀ ਜਿੱਤ ਜਾਂਦਾ। ਫਿਰ 1528 ਦੇ ਵਿੱਚ ਕੀ ਕਰਦਾ ਹੈਗਾ, ਚੰਦ ਨੂੰ ਵੇਖਦਾ। ਖਾਣਾ ਖੁਣਾ ਖਾ ਕੇ ਰਾਤ ਹੋ ਜਾਂਦੀ, ਫਿਰ ਸ਼ਾਮ ਜੀ ਨੂੰ ਦੇਖਦਾ ਕਿ ਬਈ ਚੰਨ ਚੜ੍ਹਿਆ ਹੋਇਆ ਵਧੀਆ, ਅਤੇ ਚੰਦੇਰੀ ਦਾ ਯੁੱਧ ਵੀ ਕਰ ਲੈਂਦਾ। ਚੰਦੇਰੀ ਦਾ ਯੁੱਧ ਕਰਕੇ ਮਦੇਨੀ ਰਾਏ ਨੂੰ ਵੀ ਹਰਾ ਦਿੰਦਾ। ਉਸ ਤੋਂ ਬਾਅਦ 1529 ਦੇ ਵਿੱਚ, ਯਾਨੀ ਕਿ ਅਗਲਾ ਜੋ ਕੰਮ ਇਹਦਾ, ਪਹਿਲਾਂ ਦੇਖੋ ਪਾਣੀ ਪੀਤਾ। ਟ੍ਰਿਕ ਦੇਖੋ, ਇਸ ਟ੍ਰਿਕ ਨੂੰ ਯਾਦ ਕਰੋਗੇ ਤਾਂ ਤੁਹਾਡੀ ਕੁਐਸਚਨ ਕਦੇ ਵੀ ਗਲਤ ਨਹੀਂ ਹੋਣੀ, ਕਿਉਂਕਿ ਬਹੁਤ ਵਾਰ ਇਹਨਾਂ ਨੂੰ ਸਮੇਲਿਤ ਕਰੋ, ਇਹਨਾਂ ਨੂੰ ਮੈਚਿੰਗ ਕਰਾਓ, ਇੱਦਾਂ ਦੇ ਕੁਐਸਚਨ ਪੁੱਛ ਲੈਂਦਾ। ਫਿਰ ਉੱਥੇ ਕਨਫਿਊਜ਼ ਹੋ ਜਾਓਗੇ ਤੁਸੀਂ। ਤਾਂ ਪਹਿਲਾਂ ਪਾਣੀ ਪਿਓ, ਫਿਰ ਖਾਣਾ ਖਵਾਓ, ਫਿਰ ਬਈ ਇਹਨੂੰ ਕਿਹਾ ਬੈੱਡ 'ਤੇ ਜਾ ਕੇ ਸੌਂ ਜਾ। ਬੈੱਡ 'ਤੇ ਜਾ ਕੇ ਸੌਣ ਤੋਂ ਪਹਿਲਾਂ ਇਹ ਕੀ ਕਰਦੇ ਸੀਗੇ, ਚੰਨ ਨੂੰ ਵੇਖਦੇ ਸੀ। ਚੰਨ ਨੂੰ ਦੇਖਿਆ, ਹੁਣ ਕਾਗਰਾ ਪਾ ਕੇ, ਯਾਨੀ ਕਿ ਕਾਗਰਾ ਮਤਲਬ ਇਹਨਾਂ ਦੀ ਲੋਵਰ ਟੀ ਸ਼ਰਟ ਜੋ ਵੀ ਹੈ, ਜੋ ਕਾਗਰਾ ਟਾਈਪ ਇਹ ਪਾਉਂਦੇ ਸੀਗੇ ਉਸ ਟਾਈਮ, ਰਾਜਾ ਇੱਦਾਂ ਦੇ ਹੀ ਕੱਪੜੇ ਪਾਉਂਦੇ ਸੀ। ਅਤੇ ਕਾਗਰਾ ਪਾ ਕੇ ਇਹ ਸੌਂ ਗਿਆ, ਬਸ ਇੰਨਾ ਯਾਦ ਕਰ ਲਿਓ। ਤਾਂ ਚੰਨ ਨੂੰ ਵੇਖਿਆ, ਕਾਗਰਾ ਪਾਇਆ ਔਰ ਸੌਂ ਗਿਆ। ਕਾਗਰਾ ਵਾਲਾ ਯੁੱਧ ਕਿਹਦੇ ਨਾਲ ਹੋਇਆ, ਅਫਗਾਨਾਂ ਨਾਲ ਹੋਇਆ। ਤਾਂ ਪਹਿਲਾਂ ਪਾਣੀ, ਫਿਰ ਖਾਣਾ, ਫਿਰ ਚੰਨ ਨੂੰ ਵੇਖੋ ਔਰ ਫਿਰ ਕਾਗਰਾ ਪਾਓ ਔਰ ਸਵਾ ਦਿਓ। ਇਹ ਹੋ ਗਿਆ ਬਾਬਰ ਦਾ ਕੰਮ। ਬਾਬਰ ਤੋਂ ਬਾਅਦ ਹਮਾਯੂ ਆਇਆ, ਫਿਰ ਸ਼ੇਰ ਸ਼ਾਹ ਸ਼ੁਰੂ ਹੋਇਆ। ਇਹੀ ਬਾਬਰ ਉਹ ਹੈ ਜਿਹਨੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਲਿਖੀ ਸੀ। ਐਸੇ ਹੀ ਬਾਬਰ ਦੇ ਅਤਿਆਚਾਰਾਂ ਨੂੰ ਵੇਖ ਕੇ। ਇਹ ਉਹ ਬਾਬਰ ਹੈਗਾ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪੜ੍ਹਦੇ ਹੋ, ਮੈਂ ਵੀ ਪੜ੍ਹਾ ਰਿਹਾ ਤੁਹਾਨੂੰ, ਪਰ ਬਾਬਰ ਨੂੰ ਬਹੁਤ ਜ਼ਿਆਦਾ ਪੜ੍ਹਾਇਆ ਗਿਆ ਆਪਣੀ ਕਿਤਾਬਾਂ 'ਚ। ਉਸ ਟਾਈਮ ਆਪਣਾ ਗੁਰੂ ਨਾਨਕ ਦੇਵ ਜੀ ਬਹੁਤ ਪ੍ਰਚਲਿਤ ਹੋ ਰਿਹਾ ਸੀਗਾ, ਤਾਂ ਕਰਕੇ ਬਾਬਰ ਦੀ ਲੜਾਈ ਗੁਰੂ ਨਾਨਕ ਦੇਵ ਜੀ ਨਾਲ ਹੋਈ ਸੀਗੀ। ਅਤੇ ਉਹ ਬਾਬਰ ਨੂੰ ਆਪਾਂ ਨੂੰ ਜ਼ਿਆਦਾ ਪੜ੍ਹਾਤਾ, ਲੇਕਿਨ ਗੁਰੂ ਨਾਨਕ ਦੇਵ ਜੀ ਬਾਰੇ ਕਿਸੇ ਨੂੰ ਨਹੀਂ ਪਤਾ। ਤਾਂ ਸਿੱਖ ਇਤਿਹਾਸ ਵਾਲਿਆਂ ਨੂੰ ਛੱਡ ਕੇ ਬਾਕੀ ਕਿਸੇ ਵੀ ਬੰਦਿਆਂ ਨੂੰ ਬਾਬਾ ਨਾਨਕ ਦੀਆਂ ਚੀਜ਼ਾਂ ਨਹੀਂ ਪਤਾ, ਤਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ। ਇਹ ਮੈਂ ਤਾਂ ਇਹ ਕਹਿੰਦਾ ਕਿ ਆਹ ਵੀਡੀਓ ਤੁਸੀਂ ਸਾਰਿਆਂ ਨੂੰ ਦਿਖਾਓ, ਕਿਉਂਕਿ ਇਹ ਵੀਡੀਓ ਦੇ ਵਿੱਚ ਮੈਂ ਬਹੁਤ ਕੋਸ਼ਿਸ਼ ਕਰ ਰਿਹਾ, ਕਿਉਂਕਿ ਹਰ ਛੋਟੀ ਛੋਟੀ ਚੀਜ਼ ਬਾਬੇ ਦੀ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਮੈਂ। ਅਗਲੀ ਵੀਡੀਓ ਹੋਰ ਵੀ ਬਣਾਵਾਂਗੇ ਆਪਾਂ, ਜਿੰਨਾ ਕੁ ਸਿੱਖੀ ਜਾਵਾਂਗੇ ਉਹਨਾਂ ਕੁ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਆਉਂਦੇ ਰਹਾਂਗੇ। ਤੁਹਾਡਾ ਵੀ ਹੱਕ ਬਣਦਾ ਕਿ ਤੁਸੀਂ ਵੀ ਪੜ੍ਹੋ ਇਹਨਾਂ ਚੀਜ਼ਾਂ ਬਾਰੇ,
क्योंकि ये पंजाब के पेपरों लिए तो इंपोर्टेंट हैगी है, वो नाल अपने लिए भी बड़ी इंपोर्टेंट हैगी है। चलो आप फिर मेन टॉपिक पर आने। फिर शेरशाह सूरी आ जाता है, फिर हुमायूं वापस आ जाता है, फिर अकबर आता है, फिर जहांगीर आता है। जहांगीर वही है जो गुरु अर्जन देव जी को तसीहे दे के, गुरु अर्जन देव जी तसीहे दे के उन्होंने डैथ होंदी है, तसीहे दे के उन्होंने शहीद करता है। ये उही जहांगीर है, ये उही औरंगजेब है जिहदा रोला, जिहदे पूरी लड़ाई जी अपनी सिख कम्यूनिटी की पूरी लड़ाई है इस बंदे नाल रही है, तकड़ी लड़ाई ये ना रही है, शाहजहाँ ना रही है, औरंगजेब ना रही है। औरंगजेब वो सीगा जिहड़ा गुरु नानक देव जी का मतलब गुरु नानक देव जी उस टाइम जो सिख धर्म पूरा प्रचलित सी, पूरा उन्होंने इस्लाम धर्म कबूल कराने वास्ते पूरा जोर लाता सी। ये वो औरंगजेब है जिन्होंने तुसी सारिਆਂ ने ਆਪਾਂ ने पढ़िया होया है। औरंगजेब ये सी, औरंगजेब ने काम कराए, चंगे कराए, माड़े कराए। जहांगीर बहुत वधिया सी। जहांगीर वो सीगा जिन्हें सलीम अनारकली बोलते हैं, सलीम वही है, इसका नाम सलीम है, ये हुई अनारकली वाला सलीम है जिन्होंने फिल्मों च दिखा देंगे बई ये वधिया, इन्हों की जोड़ी वधिया है। ये शाहजहाँ वही है जिन्हें ताजमहल बनाया। तो आप इन्हों तो पढ़िया है चंगे तरीके नाल, पर ये वधिया बंदे थोड़ी सी, पर फिर भी आपां नूं वधिया तरीके नाल पढ़ाया गया आपां नूं कि बई इन्हां दी चित्रकला बहुत वधिया सी, ये शौकीन सीगे इस चीज़ के। भी काहदे शौकीन सीगे? इन्होंने तो खराब किया, सारे सिख कौम नूं खराब किया, हिंदू कौम नूं खराब किया, पूरी हिंदू कौम नूं भी खराब किया, सिख कौम नूं भी खराब किया, फिर भी आपां चंगा पढ़ी जाने। तो सोचने वाली गल हैगी है। तो तुसी भी इस चीज़ बारे 10 मिनट टाइम कढ़ के सोचोगे ना, फिर तुहानूं पता लगूगा। तो मैं भी हुणे सोचन लग्या, मैं भी 9वीं 10वीं बहुत पढ़िया इन्होंने। ठीक है जी। तो आप आगे चलते हैं। हुण आ गया अपना गुरु पीरियड। गुरु पीरियड की आप गल करते हैं भी गुरु पीरियड के विच सब तो पहला गुरु कौन सीगे, उन्हां दा कदों जन्म होया, उन्हां दी माता जी का की नाम सी? किसी नूं पता है माता जी का नाम? मैनूं तो यह भी है भी कई बार डाउट होंदा भी मैं इदां दे क्वेश्चन कोई निहंग बाबा जी है जिहड़े उन्हां तो पुछां कि भी उन्हां नूं किन्ना क पता है। तो मेरे अंदर क्वेश्चन उठते हैं, लेकिन हौली हौली आप इन्हां चीज़ों में होर अगे वधांगे, डीपली जावांगे, उन्हां दी स्टोरियां होर देखांगे। मैं तो कहना हर किसी नूं अपने सिख बंदे नूं जरूर सीखना चाहिए है। ठीक है जी। मेहता कालू जी आ गए, ये है इन्हां दे पापा जी यानी कि फादर साहब। मैं थोड़ा जिहा की है ना थोड़ा जिहा वधिया तरीके नाल पढ़ाउण दी कोशिश करूँगा, मतलब थोड़ी फादर साहब नूं पापा जी बोल दूँगा, तो इस चीज़ का थोड़ा ध्यान रखियो आप। गुरु नानक देव जी के फादर साहब का नाम मेहता कालू जी। ठीक है। मेहता कालू जी की वाइफ मतलब मेहता कालू जी की जी नूंह हो गई यानी कि गुरु नानक देव जी की वाइफ हो गई, उसका नाम सुलखणी जी। ठीक है। श्री चंद ते लक्ष्मी दास 2 मुंडे सीगे। फिर उन्होंने गुरु अंगद देव जी, इन्हों का नाम सीगा लैणा, भाई लैणा। इन्हों के पापा जी का नाम सीगा भाई भैरू। फिर इन्होंने 3 मुंडे हो गए, दासू, दातू, अमरू। इन्हों की वाइफ का नाम खीवी। फिर गुरु अमरदास जी 3 नंबर के गुरु अमरदास जी, इन्हों के पापा का नाम तेजपान। फिर मानसा देवी इन्हों की वाइफ हो गई। ठीक है जी। फिर मोहरी, मोहन, दानी, पानी। और पानी जी बहुत ज़्यादा रिलीजियस एक्ट करती सी, मतलब बहुत ज़्यादा इन्हों की रुचि सी सेवा के, बहुत सेवा करती सी बीबी पानी जी। तो बीबी पानी जी नूं भी उहदां दा वर लभण वास्ते गुरु अमरदास जी ने आपकी वाइफ यानी कि मानसा देवी जी तो पूछा कि भी अपनी बीबी पानी जी का विआह करना तो किद्दां दा मुंडा होना चाहिए, किद्दां दा इन्हां दे घर वाला होना चाहिए। तो फिर मानसा देवी जी ने बोलिया कि रामदास जी यानी कि इन्हों का नाम सीगा जेठा जी। तो जेठा जी के वाल उंगल करके कहा कि इदां दा होना चाहिए। तो फिर गुरु अमरदास जी ने बोलिया कि इदां दा तो फिर यही हो सकते हैं। तो फिर उदों गुरु रामदास जी का विआह बीबी पानी जी नाल हो गया। ठीक है जी। उस तो बाद इन्हों के मुंडा गुरु अर्जन देव जी हो गए। फिर इत्थों की है ना जी इत्थों गुरु रामदास जी तो बाद जी स्टोरी चल जाती है ना, फिर मुंडियां जी चल जाती है, फिर गद्दी बाहर नहीं जाती। इत्थों तक गद्दी की है बाहर रही है। गुरु नानक देव जी के मुंडे नहीं थे गुरु अंगद देव जी, क्योंकि मुंडा श्री चंद सीगा और श्री चंद ने उदासी सैक्ट डेरा शुरू किया हुआ सी आपदा, अड्ड चल पिया सी। कहंदा गुरु नानक देव जी की गल्लां सही नहीं गईयां, आपदे फादर साहब की गल्लां सही नहीं मनियां उन्हें अपनी पूरी उम्र यानी कि गुरु रामदास जी तक श्री चंद जी अपना अड्ड डेरा चलाते रहे, विघन भी पाते रहे। इत्थों तक कि जोड़े गुरु सीगे गुरु अंगद देव जी, गुरु अमरदास जी, इन्हां दी जिहड़ी जो काम करते सी या अपने स्प्रैड करते सी अपने रिलीजियस नूं या सिख धर्म नूं, उन्हां दे विच भी इन्हां ने बड़ा विघन पाया। तो चलो अगे आप हौली हौली सारियां चीज़ां देखांगे। गुरु अर्जन देव जी इन्हां दे मुंडे आ गए गुरु रामदास जी दे। गुरु रामदास जी का मुंडा आ गया गुरु हरगोबिंद जी। हरगोबिंद जी आही गुरु अर्जन देव जी जिन्होंने जहांगीर नाल जिहदा अपना विरोध रहा, जहांगीर ने बड़ा विरोध किया, तो उन्होंने बाद शहीद करता गया। वही गुरु अर्जन देव जी के 5वें गुरु आ जाते हैं। फिर गुरु हरगोबिंद सिंह जी आ गए। गुरु हरगोबिंद सिंह तो बाद आ गए अपने गुरु हर राय जी। गुरु हर राय जी तो बाद आ गए गुरु हरकिशन जी। हरकिशन सब तो छोटी उम्र के सी, इन्होंने बाल किशन भी कहा जाता है।
ਗੁਰੂ ਬਾਲ ਕ੍ਰਿਸ਼ਨ ਵੀ ਕਿਹਾ ਜਾਂਦਾ। ਫਿਰ ਗੁਰੂ ਤੇਗ ਬਹਾਦਰ ਜੀ ਆਉਂਦੇ 9ਵੇਂ ਗੁਰੂ, ਫਿਰ ਗੁਰੂ ਗੋਬਿੰਦ ਸਿੰਘ ਜੀ ਆ ਜਾਂਦੇ ਆ। ਤਾਂ ਇਹ ਆਪਾਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਡੀਪਲੀ ਪੜ੍ਹਦੇ ਹਾਂ, ਹੈ ਨਾ। ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਟਾਈਮ ਦੇਖੀਏ ਕਿੱਥੋਂ ਸ਼ੁਰੂ ਹੁੰਦਾ। ਟਾਈਮ ਜਦੋਂ ਦੇਖਦੇ ਹਾਂ ਤਾਂ 1469 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ। 1469 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ। ਅਤੇ ਪਰ ਉਹਨਾਂ ਨੂੰ 1499 ਈਸਵੀ ਦੇ ਵਿੱਚ ਬੈਨ ਨਦੀ ਦੇ ਕਿਨਾਰੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਯਾਨੀ ਕਿ ਇਨਲਾਈਟਮੈਂਟ ਸ਼ੁਰੂ ਹੁੰਦਾ ਉਹਨਾਂ ਦਾ। ਪਹਿਲੀ ਵਾਰ ਉਹਨਾਂ ਦੀ ਸੁਰਤੀ ਉਸ ਸਿੱਖੀਜ਼ਮ ਜਾਂ ਕਹਿ ਸਕਦੇ ਹਾਂ ਵੀ ਰੱਬ ਵਾਲੀ ਪੂਰੀ ਤਰ੍ਹਾਂ ਇਹਦੀ ਡਿਵਰਟਡ ਹੋ ਜਾਂਦੇ ਆ। ਉਹ 1499 ਹੈ। 1499 ਤੋਂ ਬਾਅਦ ਇਹ ਸ਼ੁਰੂ ਕਰ ਦਿੰਦੇ ਆ ਕਿ ਵੀ ਹੁਣ ਤਾਂ ਮੈਨੂੰ ਨਹੀਂ ਕੁਛ ਲੈਣਾ ਦੇਣਾ, ਮੈਨੂੰ ਸਿਰਫ ਬਈ ਆਪਣੀ ਭਗਤੀ ਕਰਨੀ ਹੈ ਔਰ ਪੂਰੀ ਦੁਨੀਆ ਘੁੰਮਣੀ ਹੈ। ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਗਿਆਨ ਨੂੰ ਵੰਡਣਾ ਹੈ। ਅਤੇ ਇਹ 1499 ਤੋਂ ਸ਼ੁਰੂ ਹੁੰਦਾ। ਅਤੇ 1499 ਤੋਂ 1539 40 ਸਾਲ ਇਹਨਾਂ ਨੇ, ਸਮਝ ਲਓ ਤੁਸੀਂ, ਗੱਦੀ ਤੋਂ ਸ਼ੁਰੂਆਤ ਇਹਨਾਂ ਨੇ ਕੀਤੀ। ਠੀਕ ਹੈ ਜੀ। ਫਿਰ ਕੀ ਹੋਇਆ, 13 ਤੋਲਦੇ ਗਏ, ਅੱਗੇ ਵੱਧਦੇ ਗਏ, 13 ਤੋਲਦੇ ਗਏ, ਅੱਗੇ ਵੱਧਦੇ ਗਏ, ਤਾਂ ਗੁਰੂ ਅੰਗਦ ਦੇਵ ਜੀ ਮਿਲ ਗਏ। ਗੁਰੂ ਅੰਗਦ ਦੇਵ ਜੀ, ਤੁਹਾਨੂੰ ਮੈਂ ਯਾਦ ਕਰਾ ਰਿਹਾ ਚੀਜ਼ਾਂ। ਕਈਆਂ ਨੂੰ ਗੁਰੂਆਂ ਦਾ ਨਾਮ ਵੀ ਨਹੀਂ ਯਾਦ ਹੋਣਗੇ, ਤਾਂ ਮੈਂ ਉਹਨਾਂ ਨੂੰ ਯਾਦ ਕਰਾ ਰਿਹਾ, ਕਿਉਂਕਿ ਨਹੀਂ ਹੁੰਦਾ ਕਈਆਂ ਨੂੰ ਯਾਦ, ਜੋ ਨਹੀਂ ਪੜ੍ਹੇ, ਬਾਹਰ ਰਹਿੰਦੇ ਆ, ਨਹੀਂ ਪੜ੍ਹੇ, ਕਈ ਵਾਰ ਨਹੀਂ ਚੀਜ਼ਾਂ ਪਤਾ ਹੁੰਦੀਆਂ। ਤਾਂ ਤੁਸੀਂ ਇਹ ਚੀਜ਼ਾਂ ਨਾ ਸੋਚੋ, ਪਰ ਹੁਣ ਟਾਈਮ ਹੈਗਾ ਤੁਹਾਡੇ ਕੋਲ, ਹੁਣ ਪੜ੍ਹ ਸਕਦੇ ਹੋ ਤੁਸੀਂ। ਤਾਂ ਗੁਰੂ ਅੰਗਦ ਦੇਵ ਜੀ ਸ਼ੁਰੂ ਹੁੰਦੇ ਆ। ਗੁਰੂ ਅੰਗਦ ਦੇਵ ਦੀ ਜਦੋਂ ਲੰਗਰ ਸ਼ੁਰੂ ਕਰਦੇ ਆ, ਉਹ ਕਰਦੇ ਆ ਗੁਰੂ ਨਾਨਕ ਦੇਵ ਜੀ। ਅਤੇ ਗੁਰੂ ਅੰਗਦ ਦੇਵ ਜੀ ਲੰਗਰ ਨੂੰ ਸਪਰੈਡ ਕਰਦੇ, ਯਾਨੀ ਬਹੁਤ ਵੱਡੇ ਲੈਵਲ 'ਤੇ ਲੈ ਕੇ ਆਉਂਦੇ ਆ, ਯਾਨੀ ਕਿ ਇਹਨੂੰ ਪ੍ਰੋਸੀਡ ਕਰਾਉਂਦੇ ਆ ਚੀਜ਼ਾਂ ਨੂੰ। ਤਾਂ ਗੁਰੂ ਅੰਗਦ ਦੇਵ ਜੀ ਹੁੰਦੇ ਦੂਜੇ ਗੁਰੂ। 13 ਤੋਲਦੇ ਹੋਏ ਗੁਰੂ ਨਾਨਕ ਦੇਵ ਜੀ 40 ਸਾਲ ਰਾਜ ਕਰਕੇ 13 ਤੋਲਦੇ ਗਏ। ਯਾਨੀ ਕਿ 13 ਕਿਉਂ ਯਾਦ ਕਰਾ ਰਿਹਾ ਦੱਸੂਗਾ ਤੁਹਾਨੂੰ। 13 ਇਸ ਵਾਸਤੇ ਯਾਦ ਕਰਾ ਰਿਹਾ ਕਿਉਂਕਿ 1939 'ਚ 13 ਜੋੜੋਗੇ ਤਾਂ 1539 ਦੇ ਵਿੱਚ 13 ਜੋੜੋਗੇ ਤਾਂ 1552 ਬਣ ਜਾਂਦਾ। ਯਾਨੀ ਕਿ 13 ਸਾਲ ਗੱਦੀ 'ਤੇ ਗੁਰੂ ਅੰਗਦ ਦੇਵ ਜੀ ਬੈਠੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀ 13 ਤੋਲੀ ਜਾਇਓ। ਤਾਂ ਮਤਲਬ ਟ੍ਰਿਕ ਹੈ ਇੱਕ ਤੁਹਾਨੂੰ ਯਾਦ ਰੱਖਣ ਵਾਸਤੇ। ਠੀਕ ਹੈ ਜੀ। ਫਿਰ ਆ ਗਿਆ ਚੌਥਾ, ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ 13 ਤੋਂ 12 ਹੋ ਗਏ ਕਿਉਂਕਿ ਘੱਟ ਗਏ। ਤਾਂ 1552 ਤੋਂ 1574 ਤੱਕ, 52 ਤੋਂ 74 ਤੱਕ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਨੂੰ ਸੰਭਾਲਿਆ। ਫਿਰ ਹੈ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ, ਠੀਕ ਹੈ, ਪਹਿਲਾਂ ਕੀ ਸੀਗਾ, ਲਾਵਾਂ ਜਿਹੜੀ ਸ਼ੁਰੂ ਸੀ, ਹੁਣ 7 ਫੇਰੇ ਹੁੰਦੇ ਸੀਗੇ, ਫਿਰ ਲਾਵਾਂ ਸ਼ੁਰੂ ਹੋਈਆਂ, ਫਿਰ 5 ਲਾਵਾਂ ਸ਼ੁਰੂ ਹੋ ਗਈਆਂ। ਤਾਂ 7 ਫੇਰੇ ਕਿਹਨਾਂ ਨੇ ਲਿੱਤੇ, ਗੁਰੂ ਰਾਮਦਾਸ ਜੀ ਨੇ। ਤਾਂ ਗੁਰੂ ਰਾਮਦਾਸ ਜੀ ਨੇ 7 ਫੇਰੇ ਲਿੱਤੇ, ਲਾਵਾਂ ਬਾਅਦ 'ਚ ਸ਼ੁਰੂ ਹੋਈਆਂ। ਠੀਕ ਹੈ ਜੀ। ਤਾਂ 7 ਇਹ ਯਾਦ ਰੱਖਣਾ, ਗੁਰੂ ਰਾਮਦਾਸ ਜੀ ਨੇ 7 ਫੇਰੇ ਲਿੱਤੇ, ਇਸ ਲਈ ਲਾਵਾਂ ਸ਼ੁਰੂ ਕੀਤੀਆਂ। ਸਮਝ ਰਹੇ ਹੋ ਮੇਰੀ ਗੱਲ। ਤਾਂ ਤੁਸੀਂ ਇਸ ਤਰੀਕੇ ਨੂੰ ਥੋੜ੍ਹਾ ਯਾਦ ਕਰਨਾ ਕਿ ਪਹਿਲਾਂ ਉਹਨਾਂ ਨੇ ਆਪ ਤਾਂ 7 ਫੇਰੇ ਲਿੱਤੇ, ਕਿਹਦੇ ਨਾਲ ਲਿੱਤੇ, ਗੁਰੂ ਅਮਰਦਾਸ ਜੀ ਦੀ ਕੁੜੀ ਨਾਲ, ਬੀਬੀ ਪਾਨੀ ਜੀ ਨਾਲ। ਕਿਹਦੇ ਨਾਲ, ਬੀਬੀ ਪਾਨੀ ਜੀ ਨਾਲ, ਪਾਨੀ ਜੀ ਨਾਲ ਫੇਰੇ ਲਿੱਤੇ ਕਿੰਨੇ, 7। ਤਾਂ 7 ਸਾਲ ਯਾਨੀ ਕਿ ਗੁਰੂ ਰਾਮਦਾਸ ਜੀ ਨੇ ਰਾਜ ਕੀਤਾ। ਰਾਜ ਕੀਤਾ ਦਾ ਮਤਲਬ ਗੱਦੀ 'ਤੇ ਬੈਠੇ, ਯਾਨੀ ਕਿ ਉਸ ਟਾਈਮ ਪੂਰੇ ਆਸੇ ਪਾਸੇ ਏਰੀਏ ਦੇ ਵਿੱਚ ਇਹਨਾਂ ਦਾ ਪੂਰਾ ਨਾਮ ਸੀ ਗੁਰੂ ਰਾਮਦਾਸ ਜੀ ਨੇ, ਇਹਨਾਂ ਦਾ ਨਾਮ ਜੇਠਾ ਜੀ, ਭਾਈ ਜੇਠਾ ਜੀ ਨੇ ਪੂਰੇ ਆਪਣੇ ਏਰੀਏ ਦੇ ਵਿੱਚ, ਯਾਨੀ ਕਿ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਵੀ ਇਹਨਾਂ ਨੇ ਹੀ ਵਸਾਇਆ। ਤਾਂ ਪੂਰੇ ਐਕਚੁਅਲੀ ਗੁਰੂ ਰਾਮਦਾਸ ਜੀ ਦੇ ਜੋ ਫਾਦਰ ਸਾਹਿਬ ਥੇ, ਪੇਰੈਂਟਸ ਸੀਗੇ ਜੋ ਵੀ, ਉਹ ਉਹਨਾਂ ਦੀ ਡੈਥ ਬਹੁਤ ਜਲਦੀ ਹੋ ਗਈ ਸੀਗੀ ਅਤੇ ਅਨਾਥ ਸੀਗੇ। ਤਾਂ ਇਹ ਆਪਦੀ ਨਾਨੀ ਦੇ ਨਾਲ ਰਹਿੰਦੇ ਸੀਗੇ। ਅਤੇ ਇਹ ਜਿਵੇਂ ਕਿ ਛੋਲੇ ਹੁੰਦੇ ਨਾ ਜਿਹੜੇ ਚਨੇ, ਉਹ ਵੇਚਦੇ ਸੀਗੇ। ਫਿਰ ਇਸ ਤੋਂ ਪਹਿਲੀ ਵਾਰ ਗੁਰੂ ਅਮਰਦਾਸ ਜੀ ਨੂੰ ਮਿਲੇ। ਗੁਰੂ ਅਮਰਦਾਸ ਜੀ ਨੂੰ ਮਿਲ ਕੇ ਇਹਨਾਂ ਨੂੰ ਐਂ ਲੱਗਿਆ ਕਿ ਮੇਰੀ ਲਾਈਫ ਤਾਂ ਇੱਥੇ ਹੀ ਹੈ, ਇਹੀ ਹੈ ਸਭ ਤੋਂ ਵੱਡਾ ਜਿੱਥੇ ਮੈਂ ਸੇਵਾ ਕਰ ਸਕਦਾ, ਜਿੱਥੇ ਮੈਂ ਰਹਿ ਸਕਦਾ। ਫਿਰ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਆਪਦੇ ਕੋਲ ਹੀ ਰੱਖ ਲਿਆ ਸੀਗਾ ਔਰ ਫਿਰ ਇਹਨਾਂ ਨੇ ਸੇਵਾ ਕੀਤੀ ਸੀ ਬਹੁਤ। ਫਿਰ ਸੇਵਾ ਕਰਦੇ ਹਮੇਸ਼ਾ ਸੇਵਾ 'ਚ ਹੀ ਲੱਗੇ ਰਹਿੰਦੇ ਸੀ। ਇਹਨਾਂ ਦੀ ਸੇਵਾ 'ਚ ਬੜੀ ਸੁਰਤੀ ਸੀਗੀ। ਤਾਂ ਇਹ ਤੁਹਾਨੂੰ ਪਤਾ ਹੋਣਾ, ਜਿਹਨਾਂ ਦੇ ਪੇਰੈਂਟਸ ਪਹਿਲਾਂ ਹੀ ਡੈਥ ਕਰ ਗਏ ਸੀਗੇ ਔਰ ਜੋ ਅਨਾਥ ਹੋ ਗਏ ਸੀਗੇ, ਤਾਂ ਉਹ ਕੌਣ ਸੀਗੇ, ਗੁਰੂ ਰਾਮਦਾਸ ਜੀ ਸੀਗੇ। ਫਿਰ ਆਉਂਦੇ ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਜੀ ਦੇ ਹੀ ਮੁੰਡੇ ਸੀਗੇ, ਯਾਨੀ ਕਿ ਉਹਨਾਂ ਦੇ ਸੰਨ ਸੀਗੇ। ਤਾਂ ਫਿਰ ਉਹ ਗਿਆ ਨੇ ਗੁਰੂ ਅਰਜਨ ਦੇਵ ਸੀ। ਹੁਣ 5ਵਾਂ ਗੁਰੂ ਆ ਗਿਆ ਨਾ, ਤਾਂ 5 ਤੋਂ 25 ਯਾਦ ਕਰ ਲਿਓ ਤੁਸੀਂ। 5 ਦੀ ਸਕੇਅਰ 25 ਹੈ ਨਾ, 5 ਦੀ ਸਕੇਅਰ 25 ਤੱਕ ਤੁਸੀਂ ਯਾਦ ਕਰਨਾ। ਹੁਣ 5 ਗੁਰੂਆਂ ਤੱਕ ਤੁਹਾਨੂੰ 25 ਤੱਕ ਯਾਦ ਕਰੋ। 40 ਸਾਲ ਬਾਬਾ ਜੀ ਨੇ ਗੱਦੀ ਸੰਭਾਲੀ, ਗੱਦੀ ਨੂੰ ਸ਼ੁਰੂਆਤ ਕੀਤੀ, 13 ਤੋਲ ਕੇ ਗੁਰੂ ਅੰਗਦ ਦੇਵ ਜੀ ਨੂੰ ਦੇਤੀ। ਗੁਰੂ ਅੰਗਦ ਦੇਵ ਜੀ ਨੇ 13 ਤੋਂ 12 ਕਰਤਾ। 12 ਤੋਂ ਬਾਅਦ ਅਮਰਦਾਸ ਜੀ ਨੂੰ ਦੇਤੀ। ਅਮਰਦਾਸ ਜੀ ਨੇ ਕੀ ਕੀਤਾ, ਆਪਦੀ ਕੁੜੀ ਦਾ ਵਿਆਹ, ਯਾਨੀ ਕਿ ਆਪਣੀ ਬੀਬੀ ਪਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ 7 ਫੇਰਿਆਂ ਨਾਲ ਕਰਤਾ। ਤਾਂ 7 ਯਾਦ ਰੱਖ ਲਿਓ। 7 ਤੋਂ ਬਾਅਦ ਗੁਰੂ ਅਰਜਨ ਦੇਵ ਜੀ 5ਵੇਂ ਗੁਰੂ ਆ ਜਾਂਦੇ। ਤਾਂ 5 ਦੀ ਸਕੇਅਰ 25 ਯਾਦ ਕਰ ਲਿਓ। 25 ਯਾਦ ਕਰੋਗੇ ਤੁਹਾਨੂੰ ਕਾਲ ਯਾਦ ਹੋ ਜਾਊਗਾ ਵੀ 1581 ਤੋਂ ਤੁਸੀਂ 25 ਜੋੜੋ ਅਤੇ ਫਿਰ ਤੁਹਾਨੂੰ 1606 ਤੱਕ ਆ ਜਾਊਗਾ। ਹੁਣ ਆਪਾਂ 17ਵੀਂ ਸ਼ਤਾਬਦੀ 'ਚ ਪਹੁੰਚ ਗਏ, ਯਾਨੀ ਕਿ 1606 ਵਾਲੇ ਟਾਈਮ 'ਚ ਪਹੁੰਚ ਗਏ। ਹੁਣ 1606 ਵਾਲੇ ਟਾਈਮ 'ਚ ਪਹੁੰਚ ਗਏ। ਹੁਣ ਗੁਰੂ ਹਰਗੋਬਿੰਦ ਸਿੰਘ ਜੀ ਆ ਗਏ। 1606 ਤੋਂ ਲੈ ਕੇ 1644
1644 ਤੋਂ ਲੈ ਕੇ 1661 ਹੋ ਗਿਆ। ਇਹ ਤੁਹਾਨੂੰ ਕੱਲ੍ਹ ਬਾਅਦ 'ਚ ਯਾਦ ਕਰਾਊਂਗਾ। ਇਹ ਹੁਣ ਕਿਉਂ ਨਹੀਂ ਯਾਦ ਕਰਾਏ, ਕਿਉਂਕਿ ਸਾਰੇ ਕਨਫਿਊਜ਼ ਹੋ ਜਾਣਗੇ ਫਿਰ। 5 ਗੁਰੂਆਂ ਤੱਕ ਆਪਾਂ ਨੂੰ ਯਾਦ ਰੱਖਣੇ ਆ। ਟਾਈਮਿੰਗ ਕਿਵੇਂ ਯਾਦ ਰਹੂਗੀ? 40 13 12 7 25। 5-6 ਵਾਰੀ ਤੁਸੀਂ ਇੱਕ ਵਾਰੀ ਪੜ੍ਹੋਗੇ ਆਪਦੇ ਮਨ 'ਚ, ਤੁਹਾਡੇ ਯਾਦ ਹੋ ਜਾਣੀ ਹੈ। ਤੁਸੀਂ ਕਿੱਥੇ ਵੀ ਭੁੱਲੋਗੇ, ਪੇਪਰ 'ਚ ਭੁੱਲੋਗੇ ਤਾਂ ਤੁਸੀਂ ਯਾਦ ਕਰ ਲਓ। ਗੁਰੂ ਅਮਰਦਾਸ ਨੇ 13 ਤੋਂ 12 ਕੀਤਾ ਸੀ, ਇਹਦਾ ਮਤਲਬ 12 ਸਾਲ ਰਾਜ ਕੀਤਾ। ਗੁਰੂ ਅੰਗਦ ਦੇਵ ਜੀ 13 ਤੋਲ ਕੇ ਗਏ ਸੀ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆਪਣਾ ਗੱਦੀ ਦੇ ਕੇ ਗਏ ਸੀ। ਫਿਰ ਤੁਹਾਨੂੰ ਯਾਦ ਆਊ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਨੇ ਤਾਂ 7 ਫੇਰੇ ਲਿੱਤੇ ਤਾਂ 7 ਸਾਲ ਹੀ ਰਾਜ ਕੀਤਾ ਹੋਊਗਾ। ਫਿਰ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ, ਗੁਰੂ ਅਰਜਨ ਦੇਵ ਜੀ ਤਾਂ 5ਵੇਂ ਗੁਰੂ 25 ਹੋਊਗਾ। ਬਸ ਇੰਨਾ ਕੀ ਯਾਦ ਕਰਨਾ, ਹੋਰ ਜ਼ਿਆਦਾ ਯਾਦ ਨਹੀਂ ਕਰਨਾ। ਟਾਈਮਿੰਗ ਪੁੱਛ ਲੈਂਦੇ ਆ, ਟਾਈਮ ਪੁੱਛ ਲੈਂਦੇ ਆ, ਕਿਹੜੇ ਟਾਈਮ ਦੇ ਵਿੱਚ ਕਿਹੜੇ ਗੁਰੂ ਸੀ, ਪਤਾ ਵੀ ਹੋਣਾ ਚਾਹੀਦਾ ਹੈ। ਪੁੱਛ ਲੈਂਦੇ ਜ਼ਰੂਰੀ ਨਹੀਂ ਗਾ, ਪਰ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਵੀ 1574 ਦੇ ਵਿੱਚ ਕਿਹੜੇ ਗੁਰੂ ਸੀ। ਤਾਂ ਤੁਸੀਂ ਕਹਿ ਸਕਦੇ ਹੋ 1574, ਹਾਂਜੀ ਹਾਂ ਠੀਕ ਹੈ, ਗੁਰੂ ਰਾਮਦਾਸ ਜੀ ਸੀ। ਇਸ ਤਰੀਕੇ ਨਾਲ ਤੁਸੀਂ ਯਾਦ ਕਰਕੇ ਵੀ ਦੱਸ ਦੋਗੇ, ਪਰ ਤੁਹਾਨੂੰ ਟ੍ਰਿਕ ਦੱਸਦੀ ਹੈ। ਬਾਕੀ ਤੁਹਾਡੇ ਪੱਕੇ ਯਾਦ ਹੁੰਦੇ ਤਾਂ ਹੋਰ ਵਧੀਆ ਗੱਲ ਹੈ। ਹੁਣ ਆਪਾਂ ਅੱਗੇ ਆਉਂਦੇ ਹਾਂ ਗੁਰੂ ਨਾਨਕ ਦੇਵ ਜੀ 'ਤੇ। ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿੰਨਾ ਵੀ ਜਾਣਿਆ ਜਾਵੇ ਘੱਟ ਹੈ। ਮਤਲਬ ਮੈਂ ਤਾਂ 1% ਵੀ ਸ਼ਾਇਦ ਨਹੀਂ ਲਿਖਿਆ ਹੋਇਆ ਇਹ 'ਚ। ਤਾਂ ਗੁਰੂ ਨਾਨਕ ਦੇਵ ਜੀ ਦੀ ਬਹੁਤ ਸਟੋਰੀ ਹੈ। ਤੁਸੀਂ ਕਹੋਗੇ ਆਹ ਛੱਡਤੀ, ਆਹ ਤੁਹਾਨੂੰ ਸਾਨੂੰ ਨਹੀਂ ਦੱਸੀ, ਜਾਂ ਤੁਹਾਨੂੰ ਆਹ ਨਹੀਂ ਪਤਾ। ਨਹੀਂ ਵੀ 1% ਵੀ ਨਹੀਂ ਹੋ ਸਕਦਾ ਮੇਰੇ ਕੋਲ ਇੰਨਾ ਕੀ ਹੀ ਗਿਆਨ ਇਕੱਠਾ ਕੀਤਾ ਹੋਊਗਾ। 1% ਹੋ ਜੇ ਤਾਂ ਮੇਰੇ ਲਈ ਬਹੁਤ ਵੱਡੀ ਗੱਲ। ਤਾਂ ਗੁਰੂ ਨਾਨਕ ਦੇਵ ਜੀ, ਤੁਹਾਨੂੰ ਸਾਡਾ ਪੰਜਾਬ ਬੁੱਕ 'ਚੋਂ ਵੀ ਥੋੜ੍ਹੀ ਚੀਜ਼ਾਂ ਲਿੱਤੀਆਂ, ਸਾਰੀਆਂ ਥੋੜ੍ਹਾ ਬਹੁਤਾ ਇੱਧਰ ਉੱਧਰੋਂ ਇਕੱਠਾ ਕਰਕੇ ਮੈਂ ਤਿਆਰ ਕੀਤਾ। ਤਾਂ ਦੇਖੋ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? 1469 ਈਸਵੀ ਦੇ ਵਿੱਚ। ਕਿੱਥੇ ਹੋਇਆ? ਰਾਏ ਭੋਏ ਕੀ ਤਲਵੰਡੀ, ਪਾਕਿਸਤਾਨ ਦੇ ਵਿੱਚ ਹੈ। ਹੁਣ ਨਨਕਾਣਾ ਸਾਹਿਬ ਕਹਿ ਦਿੰਦੇ ਹਾਂ। ਨਨਕਾਣਾ ਸਾਹਿਬ ਤੋਂ ਹੀ ਜਿਹੜਾ ਬੋਲਿਆ ਹੁਣੇ ਜਿਹੜਾ ਕੋਰੀਡੋਰ ਬਣਾਇਆ ਗਿਆ, ਠੀਕ ਹੈ ਜੀ, ਨਨਕਾਣਾ ਸਾਹਿਬ ਤੋਂ ਵੀ, ਠੀਕ ਹੈ ਜੀ। ਕਰਤਾਰਪੁਰ ਕੋਰੀਡੋਰ ਜਿਹਨੂੰ ਆਪਾਂ ਬੋਲ ਦਿੰਦੇ ਹਾਂ, ਉਹ ਨਨਕਾਣਾ ਸਾਹਿਬ ਦੇ ਕੋਲੇ ਹੀ ਹੈਗਾ ਕਰਤਾਰਪੁਰ, ਠੀਕ ਹੈ ਜੀ। ਉਹੀ ਕਰਤਾਰਪੁਰ ਇਹਨਾਂ ਨੇ ਵਸਾਇਆ ਸੀਗਾ, ਲਾਹੌਰ ਪਾਕਿਸਤਾਨ ਵਾਲਾ ਜਿਹੜਾ ਕਰਤਾਰਪੁਰ ਹੈਗਾ ਨਾ, ਇਹਨਾਂ ਨੇ ਵਸਾਇਆ ਸੀ, ਸਿਟੀ ਫਾਊਂਡਡ ਕੀਤਾ ਸੀ ਇਹਨਾਂ ਨੇ। ਫਿਰ ਮਹਿਤਾ ਕਾਲੀ, ਇਹਨਾਂ ਦੇ ਫਾਦਰ ਦਾ ਨਾਮ ਮਹਿਤਾ ਕਾਲੂ ਸੀਗਾ। ਮਹਿਤਾ ਕਾਲੂ ਦਾਸ ਬੇਦੀ ਪਰਿਵਾਰ ਤੋਂ ਸੀਗੇ, ਯਾਨੀ ਕਿ ਖੱਤਰੀ ਪਰਿਵਾਰ ਤੋਂ। ਮਾਤਾ ਤ੍ਰਿਪਤਾ ਜੀ ਸੀਗੇ, ਅਤੇ ਸਪਾਊਸ ਯਾਨੀ ਕਿ ਇਹਨਾਂ ਦੀ ਵਾਈਫ ਦਾ ਨਾਮ ਸੁਲੱਖਣੀ ਦੇਵੀ ਸੀ। ਇਹਨਾਂ ਦੀ ਸਿਸਟਰ ਦਾ ਨਾਮ ਨਾਨਕੀ ਜੀ, ਠੀਕ ਹੈ ਜੀ, ਭੈਣ ਨਾਨਕੀ ਆਪਾਂ ਗਾਣੇ 'ਚ ਵੀ ਕਈ ਵਾਰ ਸੁਣਿਆ। ਅਤੇ ਸਨ ਸ੍ਰੀ ਚੰਦ ਔਰ ਲਿਖਮੀ ਦਾਸ। ਇਹਨਾਂ ਦੇ 2 ਪੁੱਤਰ ਸੀ, ਸ੍ਰੀ ਚੰਦ ਅਤੇ ਲਿਖਮੀ ਦਾਸ। ਸ੍ਰੀ ਚੰਦ ਉਹੀ ਹੈ ਜਿਨ੍ਹਾਂ ਨੇ ਉਦਾਸੀ ਸੈਕਟ ਡੇਰਾ ਬਣਾਇਆ। ਇਹ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਐਂਟੀ ਰਹੇ, ਅਤੇ ਐਂਟੀ ਰਹਿ ਕੇ ਇਹਨਾਂ ਨੇ ਇੱਕ ਡੇਰਾ ਸੈਕਟ ਸ਼ੁਰੂ ਕੀਤਾ, ਠੀਕ ਹੈ। ਉਹਦੇ ਵਿੱਚ ਕੀ ਸੀਗਾ ਕਿ ਜੇ ਤੁਸੀਂ ਕੋਈ ਵੀ ਧਰਮ ਨਾਲ ਜੁੜਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਵੀ ਅੱਡ ਰਿਲੀਜੀਅਸ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਘਰ ਪਰਿਵਾਰ ਛੱਡਣਾ ਚਾਹੀਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਐਂਟੀ ਸੀਗੇ ਉਹ, ਕਿਉਂਕਿ ਗੁਰੂ ਨਾਨਕ ਦੇਵ ਜੀ ਘਰ ਗ੍ਰਸਤੀ ਵੀ ਸੰਭਾਲ ਰਹੇ ਸੀ, ਨਾਲ ਇਹਨਾਂ ਨੇ ਆਪਣੇ ਉਦਾਸੀਆਂ ਵੀ ਕੀਤੀਆਂ, ਦੁਨੀਆ ਵੀ ਘੁੰਮੀ, ਥਾਂ 'ਤੇ ਗਿਆਨ ਵੀ ਦਿੱਤਾ, ਥਾਂ 'ਤੇ ਆਪਣੇ ਸ਼ਬਦ ਵੀ ਪਹੁੰਚਾਏ। ਅਤੇ ਅੱਗੇ ਦੇਖਦੇ ਆਪਾਂ। ਸਨ ਆ ਗਏ ਸ੍ਰੀ ਚੰਦ ਅਤੇ ਲਿਖਮੀ ਦਾਸ। ਕੰਪੋਜੀਸ਼ਨ ਕੀ ਇਹਨਾਂ ਨੇ ਕੀਤਾ? ਜਪਜੀ ਸਾਹਿਬ, ਆਸਾਂ ਦੀ ਵਾਰ, ਓਂਕਾਰ, ਸਿੰਧ ਗੋਸ਼ਟ, 12 974 ਹੈਮ ਮਤਲਬ ਸ਼ਬਦ ਜਿਹੜੇ ਸਲੋਕ ਹੈਗੇ, ਸਲੋਕਾਂ ਨੂੰ ਬੋਲ ਦਿੰਦੇ ਆਪਾਂ, ਠੀਕ ਹੈ। ਇਹਨਾਂ ਨੂੰ ਆਪਾਂ ਥੋੜ੍ਹਾ ਯਾਦ ਕਰਦੇ ਹਾਂ, ਕਿਉਂਕਿ ਬਾਅਦ 'ਚ ਕਰਦੇ ਹਾਂ ਯਾਦ। ਪਹਿਲਾਂ ਆਪਾਂ ਚੀਜ਼ਾਂ ਦੇਖਦੇ ਹਾਂ ਕੀ ਹੋਇਆ। ਇੱਕ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਹੈਗੀ ਹੈ, ਉਹਦੇ ਅਕੋਰਡਿੰਗ ਫੁੱਲ ਮੂਨ ਆਫ ਕਾਰਤਿਕਾ ਨੂੰ ਇਹਨਾਂ ਦਾ ਜਨਮ ਹੋਇਆ। ਲੇਕਿਨ ਪੁਰਾਤਨ ਸਾਖੀ ਜਿਹੜੀ ਮਿਹਰਬਾਨ ਨੇ ਲਿਖੀ ਹੈ, ਜਾਂ ਜਨਮ ਸਾਖੀ ਭਾਈ ਮਣੀ ਸਿੰਘ ਨੇ ਲਿਖੀ ਹੈ, ਉਹਦੇ ਅਕੋਰਡਿੰਗ ਵਿਸਾਖੀ ਵਾਲੇ ਦਿਨ ਅਪ੍ਰੈਲ 13 ਨੂੰ 1469 ਨੂੰ ਜਨਮ ਹੋਇਆ। ਦੋਨੋਂ ਹੀ ਸਹੀ ਮੰਨਦੇ ਆ, ਕੋਈ ਕੁਛ ਮੰਨਦਾ, ਕੋਈ ਕੁਛ ਮੰਨਦਾ, ਲੇਕਿਨ ਜ਼ਿਆਦਾਤਰ ਆਪਣੇ ਭਾਈ ਬਾਲਾ ਜੀ ਵਾਲੀ ਕਾਰਤਿਕਾ ਨੂੰ ਹੀ ਮਨਾਇਆ ਜਾਂਦਾ ਹੈਗਾ, ਠੀਕ ਹੈ ਜੀ। ਫਿਰ ਐਜੂਕੇਸ਼ਨ ਪੰਡਿਤ ਗੋਪਾਲ ਜੀ ਤੋਂ ਇਹਨਾਂ ਨੇ ਦੇਵਨਾਗਰੀ ਲਿਪੀ ਸਿੱਖੀ। ਮਹਿਤਾ ਕਾਲੂ ਜੀ ਸੀਗੇ, ਹੁਣ ਇਹਨਾਂ ਦੀ ਥੋੜ੍ਹੀ ਸਟੋਰੀ ਆਪਾਂ ਦੇਖਦੇ ਹਾਂ। ਇਹਨਾਂ ਦਾ ਜਨਮ ਹੋਣ ਤੋਂ ਬਾਅਦ ਹੀ ਇਹ ਕੀ ਸੀਗੇ, ਮੋਸਟਲੀ ਆਲਵੇਜ਼ ਸੰਤਾਂ ਨਾਲ ਰਹਿੰਦੇ ਸੀ, ਫਕੀਰਾਂ ਨਾਲ ਰਹਿੰਦੇ ਸੀ। ਇਹਨਾਂ ਦਾ ਜ਼ਿਆਦਾਤਰ ਰੁਚੀ ਜਾਂ ਇੰਟਰਸਟ ਕਹਿ ਸਕਦੇ ਹਾਂ ਬਾਬਾ ਜੀ ਦੀ ਫਕੀਰਾਂ ਦੇ ਨਾਲ ਬਹਿਣਾ, ਉਹਨਾਂ ਦੇ ਨਾਲ ਰੋਟੀ ਖਾਣੀ, ਜਾਂ ਉਹਨਾਂ ਨੂੰ ਰੋਟੀ ਖਵਾਉਣੀ, ਜਾਂ ਕੋਈ ਘਰੇ ਜੋਗੀ ਆ ਗਿਆ, ਫਕੀਰ ਆ ਗਿਆ, ਉਹਨਾਂ ਨੂੰ ਰੋਟੀ ਦੇਣੀ, ਉਹਨਾਂ ਨਾਲ ਗੱਲਾਂ ਕਰਨੀਆਂ। ਇੱਦਾਂ ਦੇ ਇਹਨਾਂ ਦੇ ਮਤਲਬ ਜੋ ਹੈਬਿਟ ਸੀਗੀ ਇਹਨਾਂ ਦੀ ਕਹਿ ਸਕਦੇ ਹਾਂ ਸ਼ੁਰੂ 'ਚ। ਤਾਂ ਫਿਰ ਮਹਿਤਾ ਕਾਲੂ ਜੀ ਨੇ ਦੇਖਿਆ ਕਿ ਵੀ ਇਹ ਤਾਂ ਥੋੜ੍ਹਾ ਜਿਹਾ ਅੱਡ ਲਾਈਨ 'ਚ ਜਾ ਰਹੇ ਆ, ਤਾਂ ਫਿਰ ਇਹਨਾਂ ਨੂੰ ਸਿੱਖਿਆ ਵਾਸਤੇ ਸਭ ਤੋਂ ਪਹਿਲਾਂ ਜੋ ਪੰਡਿਤ ਗੋਪਾਲ ਜੀ ਕੋਲ ਭੇਜਿਆ ਗਿਆ। ਪੰਡਿਤ ਗੋਪਾਲ ਜੀ ਨੇ ਇਹਨਾਂ ਨੂੰ ਦੇਵਨਾਗਰੀ ਔਰ ਮੈਥਸ ਸਿਖਾਈ ਕਿ ਵੀ ਗਣਿਤ ਸਿੱਖ ਲੈ, ਗਣਿਤ ਬੜੀ ਜ਼ਰੂਰੀ ਹੈ। ਅਤੇ ਬਾਬਾ ਜੀ ਨੇ ਪੜ੍ਹਾਈ 'ਚ ਰੁਚੀ ਤਾਂ ਹੈ ਹੀ ਨਹੀਂ ਸੀਗੀ ਪਹਿਲਾਂ ਹੀ। ਇਹਨਾਂ ਨੇ ਹੁਣ ਜਦੋਂ ਇਹ ਪੜ੍ਹਨ ਜਾਂਦੇ ਸੀਗੇ, ਉਸ ਤੋਂ ਬਾਅਦ ਇਹ ਛੱਡ ਦਿੰਦੇ ਆ ਪੜ੍ਹਾਈ, ਅਤੇ ਮੈਥਸ ਇਹਨਾਂ ਨੇ ਥੋੜ੍ਹੀ ਬਹੁਤੀ ਸਿੱਖੀ ਜੋ ਵੀ ਹੈ। ਸੰਸਕ੍ਰਿਤ ਇਹਨਾਂ ਨੇ ਪੰਡਿਤ ਬ੍ਰਿਜ ਲਾਲ ਜੀ ਤੋਂ ਸਿੱਖੀ। ਫਿਰ ਇੱਕ ਮੌਲਵੀ ਸੀਗਾ ਕੁਤੁਬ-ਉਲ-ਦੀਨ ਇਹਨਾਂ ਨੂੰ ਪਰਸੀਅਨ ਲੈਂਗੁਏਜ ਸਿਖਾਈ। ਕਈ ਵਾਰੀ ਪੁੱਛ ਸਕਦੇ ਆ ਕੁਐਸਚਨ ਡੀਪਲੀ ਜੀ ਪੁੱਛਣ ਦਾ, ਠੀਕ ਹੈ ਜੀ। ਭੈਣ ਇਹਨਾਂ ਦੇ ਨਾਮ ਦਾ ਨਾਨਕੀ ਸੀ। ਨਾਨਕੀ ਦਾ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਨਾਨਕੀ
लड़की भैन का विआह हो जाता, फिर उन्होंने जो हसबैंड होंगे इन्होंने अगे लैके जाएंगे, नौकरी ते रखणगे, इदां दी कई चीज़ां होणगीਆਂ जो अगे आपां गल करदे। गुरु जी ऑलवेज हमेशा संत नाल रहिंदे सी, फकीरां नाल रहिंदे सी, पीरां नाल रहिंदे सीगे, तां उदां दे फिर इन्हां दे माहौल हो गया। फिर ये की सीगा जिवें पढ़ाई करन तो बाद स्कूल छड्डता इन्हां ने, स्कूल छड्ड के फिर कई बारी कोई किधरले पासे बाबा जी नाल चले गए, कोई बाबिਆਂ नाल, कोई बाबे हुंदे सी फकीर हुंदे सी उन्हां नाल चले गए। तो फिर इन्होंने कई बारी मेहता कालू जी बड़े परेशान होए, तो मेहता कालू जी कहते भी क्यों ना इन्होंने थोड़ा कम लाइए आपां। तो इन्होंने पहली बार इन्होंने मेहता कालू नूं सच्चा सौदा वास्ते भेजा भी सच्चा सौदा मतलब बाद च गल बनी कि सच्चा सौदा की हुंदा है, ये गुरु नानक देव जी ने दस्सिया। तो इन्होंने कहा भी क्यों ना मैं इन्हों एक बारी व्यापार दे विच पाया जावां, क्योंकि मेहता कालू वांट्स टू हिम इनवॉल्व इन ट्रेड, यानी कि उन्होंने ट्रेड च पाउणा चाहुंदे सी कि कहीं ना कहीं व्यापार करे, 4 रुपये कमावे तो घर गृहस्थी नूं अगे संभालणगे। तो ट्रेड वास्ते इन्होंने पहली बार 20 रुपये दे के भेजा। तो 20 रुपये दे के भेजा तो गुरु नानक देव जी अपने इत्थे हैं। गुरु नानक देव जी इत्थे जाके भुखे साध मिलते हैं, तो भुखे साधा जाके की कर देंगे, रोटी खवा के घर परतोंदे आ। इन्हां दे नाल भाई बाला जी भेजते हैं गुरु नानक देव जी ने। भाई बाला जी जो नाल जाते, बाला जी यारे बाला जी, तो भाई बाला जी तो दोनों जाके की करते 20 रुपये इन्हों, मतलब 20 रुपये वास्ते लिखा हुआ है कई किताबों च, तो मैं 20 रुपये ही बोलूँगा कि 20 रुपये इन्होंने देंगे कि भी ठीक है तुसीं वधिया ट्रेड करके आओ तो कुछ रुपये कमा के लैके आओ। तो ये व्यापार करने दे वास्ते जाते हैं। तो बाबा जी उत्थे जाके करते भुखे साध देखते हैं, भुखे साधा जाके भुखे फकीरां इन्होंने की कर देना रोटी खवा देने। रोटी खवा के जो घर परतते हैं तो भी मेहता कालू जी यानी फादर साहब बड़े गुस्से होंगे हैं। अज के टाइम भी आप ऐं करांगे तो गुस्से होणगे। तो फिर गुस्से होए, इन्होंने बहुत डांटिया फटकारिया, तो भाई बाला जी ने भी बोलिया भी तुसीं भी तां नाल सीगे। तो फिर उत्थों वो चीज़ बन गई कि सच्चा सौदा इन्होंने किया सी कि भी सही सौदा करके आए, क्योंकि फकीरी के हिसाब नाल उन्होंने सच्चा सौदा का नाम दिता गया। फिर मेहता कालू जी बड़े अपसैट रहे तो कहते भी हुण की किया जाए, किते ना किते मैरिज की जाए। फिर इन्हों की मैरिज कर दिते जाते। ही हमेशा की मैਡੀਟੇਸ਼ਨ च रहिंदे सी, ही लिव्स ऑलवेज इन मैਡੀਟੇਸ਼ਨ, वो मैਡੀਟੇਸ਼ਨ दे विच रहिंदे सी गुरु नानक देव जी। फिर इन्हों की 14 साल की उम्र च, यानी 1469 मैं 14 जोड़े 1483 84 85 भी हो सकता है, ठीक है। 1484 85 के इन्हों का विआह कर दिता जाता है कि बीबी सुलखणी जी नाल। बीबी सुलखणी जी ने इन्हों का की कर दिता, विआह कर दिता है। बीबी सुलखणी जी सी जो मूल चंद जी की डॉक्टर सी, यानी पुत्री सी, वो कितों के रहने वाले सी, अज के टाइम जो गुरदासपुर है बटाला के, ठीक है जी, बटाला के रहने वाले सी। तो बटाला के रहने वाले मूल चंद उन्होंने कुड़ी बीबी सुलखणी जी नाल विआह हो जाता है। उन्होंने 2 मुंडे होंगे, श्री चंद ते लिखमी दास। यही श्री चंद है जो की करते हैं उदासी डेरा सैक्ट जो चलाते हैं, ठीक है जी। फिर मैरिज डिड नॉट डेविएट, यानी उन्होंने बदल नहीं सकती, वो अपने हमेशा मैਡੀਟੇਸ਼ਨ च रहिंदे सीगे। मैਡੀਟੇਸ਼ਨ तो रहने तो बाद पहली बार फिर इन्हों हुण विआह हो गया तो जॉब की जरूरत तो पऊगी। तो फिर मेहता कालू जी ने नानकी जी ने डिस्कशन किया कि क्यों ना इन्हों कोई जॉब पर लाया जाए। फिर नानकी जी के हसबैंड से वो कहते भी ठीक है इन्हों आपां सुल्तानपुर लोधी भेजते हैं। तो उत्थे इन्हों अपने नाल सुल्तानपुर लोधी लै जाते। सुल्तानपुर लोधी वो हैगा जिवें हुण नाल देखो लोधी डायनेस्टी भी चल रही है, मैं नाल लिख भी रहा इन्होंने चीज़ों। लोधी डायनेस्टी के सिकंदर लोधी आ गया हुण इत्थे। सिकंदर लोधी का जो दौलत खान है ना, जो दौलत खान कड़ा दौलत खान, जो उत्थे मैं तुहानूं पढ़ाया सी कि बई निजाम बनाता सीगा आपां। तत्कर खान नूं तो बनाया सी गवर्नर, वह मुंडा दौलत खान सीगा जिहड़ा जिन्हों निजाम बनाया सी, और निजाम सीगा पंजाब दा। वो उस टाइम ऐ मन्नो कि बई CM सी पंजाब दा, तो पंजाब दा CM सी, उन्हें गौरमेंट मोदी खाना खोलिया हुआ सी। गौरमेंट मोदी खाना खोलिया सी दौलत खान ने, यानी कि स्टोर ऑफ ग्रेन से, यानी कि अन्न के भंडार से। तो इन्होंने नानकी जी जो भैन नानकी से उन्होंने हसबैंड ने इन्होंने सुल्तानपुर लोधी लै गए। सुल्तानपुर लोधी ले जाके इन्होंने की किया कि बई ठीक है गौरमेंट मोदी खाना च इन्होंने नौकरी दवाती। नौकरी दवाई तो उत्थे जाके की हुंदा भी ये भी उत्थे सच्चा सौदा कर देंगे, यानी कि उत्थे भी इन्होंने गरीबों को वंड देंगे है। तो फिर दौलत खान को ये चीज़ पता चलती है, तो दौलत खान को ये चीज़ पता चलती है, तो दौलत खान इन्होंने नौकरी चों कढ़वा दिंदा है। इस तो बाद आ जाते हैं उत्थे सिकंदर लोधी रहिंदे है, सॉरी सुल्तानपुर लोधी रहिंदे है। तो सुल्तानपुर लोधी जो रहिंदे फिर उत्थे एक बैन नदी हैगी, बैन नदी बैन नदी के किनारे बहुत बारी नहाउण जाते हैं। इन्हां दे नाल ज़्यादातर अपने ज़्यादातर नदी उसे नदी के किनारे बैठ के ही मैਡੀਟੇਸ਼ਨ करते होंगे है, ठीक है। तो उत्थे बैन नदी के किनारे जाके एक दिन की होया बैठे, तो 2-3 दिनों तो वापस नहीं आए। जो 2-3 दिनों तो वापस नहीं आए, रिलेटिव सारे जने ने इन्होंने लभ्या कि बई बाबा जी कितने चले गए। उदों तो बाबा जी नहीं कहते होंगे, वो तो नानक जी कहते होंगे, या नानक छोटा नाम रखा हो जो भी कितने है कितने है कितने है। तो उदों बाद की होंदा है भी इन्होंने लभ जाते, जो लभदे है तो कई दिन तक बोलते नहीं, काफ़ी सारे बंदे बुलाने की कोशिश करते बाबा जी नहीं बोलते। फिर उन्होंने एक ही लाइन बोलते कि ना कहो हिंदू ना कहो मुसलमान,
यानी ਇਹਦਾ ਮਤਲਬ ਨਹੀਂ ਪਤਾ ਚੱਲਦਾ ਕਿਸੇ ਨੂੰ, ਨਾ ਕਹੋ ਹਿੰਦੂ ਅਤੇ ਨਾ ਕਹੋ ਮੁਸਲਮਾਨ। ਫਿਰ ਜਿਹੜਾ ਦੌਲਤ ਖਾਨ ਹੈ ਉਹ ਖੁਦ ਅਤੇ ਕਾਜੀ ਇਹ ਦੋਨੋਂ ਆਉਂਦੇ, ਇਹਨਾਂ ਤੋਂ ਪੁੱਛਦੇ ਆ ਵੀ ਇਹਦਾ ਮਤਲਬ ਕੀ ਹੈ, ਨਾ ਕਹੋ ਹਿੰਦੂ ਨਾ ਕੋਈ ਮੁਸਲਮਾਨ। ਤਾਂ ਫਿਰ ਇਹ ਕਹਿੰਦਾ ਵੀ ਇਹਦਾ ਮਤਲਬ ਹੁੰਦਾ ਵੀ ਤੁਸੀਂ ਨਾ ਤਾਂ ਮੈਨੂੰ ਮੁਸਲਮਾਨ ਕਹੋ ਅਤੇ ਨਾ ਮੈਨੂੰ ਹਿੰਦੂ ਕਹੋ, ਯਾਨੀ ਕਿ ਨਾ ਤਾਂ ਤੁਸੀਂ ਮੁਸਲਮਾਨ ਹੋ ਨਾ ਕੋਈ ਹਿੰਦੂ ਹੈ। ਜਾਤ ਪਾਤ ਦੇ ਚੱਕਰਾਂ 'ਚ ਤੁਸੀਂ ਨਾ ਪਾਓ। ਜਾਤ ਪਾਤ ਦੇ ਚੱਕਰਾਂ ਨੂੰ ਖ਼ਤਮ ਕਰਨ ਦਾ ਮੇਨ ਟਾਰਗੇਟ ਹੁੰਦਾ ਗੁਰੂ ਨਾਨਕ ਦੇਵ ਜੀ ਦਾ। ਠੀਕ ਹੈ ਜੀ। ਇੱਥੇ ਕੀ ਹੁੰਦਾ, ਫਿਰ ਇਹ ਜਿਵੇਂ ਬਿਨ ਇੱਥੇ ਕਿਨਾਰੇ 'ਤੇ ਬੈਠੇ ਹੁੰਦੇ ਆ, ਇਹ ਤਿੰਨੋਂ ਆਉਂਦੇ ਆ ਕੇ ਇਹਨਾਂ ਤੋਂ ਪੁੱਛਦੇ ਆ, ਅਤੇ ਇਹ ਕਹਿੰਦਾ ਨਾ ਕਹੋ ਹਿੰਦੂ ਅਤੇ ਨਾ ਕਹੋ ਮੁਸਲਮਾਨ। ਤਾਂ ਇਹਨਾਂ ਦਾ ਅਰਥ ਪੁੱਛਣ ਵਾਸਤੇ ਇੱਥੇ ਬਾਬੇ ਤੋਂ ਪੁੱਛਦੇ ਵੀ ਇਹਦਾ ਮਤਲਬ ਕੀ ਹੈ। ਕਹਿੰਦਾ ਵੀ ਨਾ ਤਾਂ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ, ਤਾਂ ਤੁਸੀਂ ਜਾਤ ਪਾਤ ਦੇ ਚੱਕਰਾਂ ਦੇ ਵਿੱਚ ਨਾ ਪਾਓ। ਤਾਂ ਫਿਰ ਇਹ ਕਾਜੀ ਅਤੇ ਜਿਹੜਾ ਆਪਣੇ ਦੌਲਤ ਖਾਨ ਹੈ ਇਹ ਕਹਿੰਦਾ ਵੀ ਜੇ ਆਹ ਗੱਲ ਹੈ ਤਾਂ ਤੁਸੀਂ ਫਿਰ ਮੇਰੇ ਨਾਲ ਨਾ ਕਹਿੰਦਾ ਵੀ ਨਮਾਜ਼ ਪੜ੍ਹੋ। ਅਤੇ ਬਾਬਾ ਜੀ ਕਹਿੰਦਾ ਵੀ ਤੁਹਾਡੇ ਨਾਲ ਨਮਾਜ਼ ਪੜ੍ਹਾਂ ਮੈਂ, ਅਤੇ ਉਹ ਕਹਿੰਦਾ ਵੀ ਠੀਕ ਹੈ ਮੈਂ ਪੜ੍ਹ ਲੈਂਦਾ। ਅਤੇ ਇਹ ਵੀ ਜਦੋਂ ਬੈਠ ਕੇ ਨਮਾਜ਼ ਪੜ੍ਹਦੇ ਤਾਂ ਬਾਬਾ ਜੀ ਖੜ੍ਹੇ ਰਹਿੰਦੇ ਆ, ਅਤੇ ਇਹ ਜਦੋਂ ਖੜ੍ਹੇ ਹੋ ਕੇ ਵੇਖਦੇ ਆ ਤਾਂ ਕਹਿੰਦੇ ਵੀ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ। ਤਾਂ ਫਿਰ ਇਹਨਾਂ ਨੂੰ ਕਹਿੰਦੇ ਵੀ ਜਿਹੜਾ ਦੌਲਤ ਖਾਨ ਨੂੰ ਕਹਿੰਦਾ ਵੀ ਤੇਰਾ ਤਾਂ ਧਿਆਨ ਸੀਗਾ ਘੋੜਿਆਂ 'ਚ। ਕਹਿੰਦਾ ਜਿਹੜਾ ਕਾਬੁਲ ਦੇ ਵਿੱਚ ਘੋੜੇ ਹੈਗੇ ਆ ਨਾ, ਜਿਹੜੇ ਘੋੜੇ ਹੈਗੇ ਆ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ, ਤੇਰਾ ਤੁਹਾਡਾ ਧਿਆਨ ਤਾਂ ਕਹਿੰਦਾ ਉੱਥੇ ਹੈਗਾ ਸਾਰਾ, ਤੁਸੀਂ ਤਾਂ ਕਹਿੰਦਾ ਨਮਾਜ਼ ਪੜ੍ਹ ਹੀ ਨਹੀਂ ਰਹੇ। ਤਾਂ ਫਿਰ ਜਿਹੜਾ ਆਹ ਕਾਜੀ ਸੀ, ਕਾਜੀ ਨੂੰ ਕਹਿੰਦਾ ਵੀ ਤੇਰੀ ਤਾਂ ਘੋੜੀ ਸੂਈ ਹੈਗੀ, ਤੇਰਾ ਧਿਆਨ ਤਾਂ ਘੋੜੀ ਦੀ ਜਿਹੜੀ ਸੂਈ ਹੈ ਉਹਦੇ ਬੱਚੇ 'ਚ ਸੀਗਾ ਵੀ ਉਹ ਡਿੱਗ ਨਾ ਜਾਵੇ, ਕਿਤੇ ਗਿਰ ਨਾ ਜਾਵੇ। ਅਤੇ ਜਦੋਂ ਇਹ ਖੜ੍ਹੇ ਹੁੰਦੇ ਆ ਕਹਿੰਦੇ ਵੀ ਗੱਲ ਤਾਂ ਸਹੀ ਹੈ। ਕਾਜੀ ਸਾਹਿਬ ਦੌਲਤ ਖਾਨ ਨੂੰ ਕਹਿੰਦਾ ਹੈਗਾ ਵੀ ਮੈਂ ਇਹ ਗੱਲ ਸਹੀ ਹੈ ਕਿ ਮੇਰਾ ਤਾਂ ਧਿਆਨ ਘੋੜੀ ਦੇ ਵਿੱਚ ਸੀ, ਉਹ ਤਾਂ ਸੂਈ ਸੀਗੀ ਰਾਤ, ਤਾਂ ਮੈਨੂੰ ਇਹ ਸੀਗਾ ਵੀ ਉਹ ਡਿੱਗ ਨਾ ਜਾਵੇ। ਅਤੇ ਜਿਹੜਾ ਆਪਣੇ ਦੌਲਤ ਖਾਨ ਸੀ ਉਹ ਵੀ ਘੋੜੀਆਂ ਦਾ ਧਿਆਨ ਦੇ ਵਿੱਚ ਹੁੰਦਾ ਵੀ ਉੱਥੋਂ ਦੇ ਜਿਹੜਾ ਕਾਬੁਲ 'ਚ ਘੋੜੀਆਂ ਵਿਕ ਰਹੀਆਂ ਉਹ ਆਪਾਂ ਲੈਣੀਆਂ ਹੈਗੀਆਂ ਜਾਂ ਉਹ ਘੋੜੀਆਂ ਜਿੱਤਣੀਆਂ, ਜੋ ਵੀ ਸੀਗਾ। ਤਾਂ ਫਿਰ ਇਹ ਕਹਿੰਦੇ ਵੀ ਜੋ ਤੁਸੀਂ ਕੰਮ ਕਰ ਰਹੇ ਹੋ, ਚਾਹੇ ਤੁਸੀਂ ਪਾਠ ਕਰ ਰਹੇ ਹੋ, ਚਾਹੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ, ਜਾਂ ਤੁਸੀਂ ਕੋਈ ਨਮਾਜ਼ ਪੜ੍ਹ ਰਹੇ ਜਾਂ ਕੋਈ ਮੰਦਰ 'ਚ ਮੱਥਾ ਟੇਕ ਰਿਹਾ, ਉਹਦਾ ਮਤਲਬ ਉਦੋਂ ਤੱਕ ਨਹੀਂ ਗਾ ਜਦੋਂ ਤੁਹਾਡਾ ਧਿਆਨ ਬਾਹਰ ਹੈਗਾ। ਤੁਹਾਡਾ ਧਿਆਨ ਉਸੇ ਚੀਜ਼ 'ਚ ਹੋਣਾ ਚਾਹੀਦਾ ਹੈ। ਚਾਹੇ ਤੁਸੀਂ ਫਿਰ ਪਾਠ ਨਾ ਹੀ ਕਰੋ, ਫਿਰ ਬੈਠ ਕੇ 2 ਮਿੰਟ ਸਿਮਰਨ ਵੀ ਕਰ ਲਓਗੇ, ਉਹ ਵੀ ਬਾਹਰ ਹੈ। ਬਾਬਾ ਜੀ ਦਾ ਕਹਿਣ ਦਾ ਮਤਲਬ ਇਹ ਸੀ, ਲੇਕਿਨ ਅੱਜ ਦੇ ਟਾਈਮ 'ਚ ਆਪਾਂ ਵੀ ਅਜੇ ਤੱਕ ਨਹੀਂ ਮੰਨੀਆਂ ਗੱਲਾਂ, ਆਪਣਾ ਧਿਆਨ ਫਿਰ ਵੀ ਬਾਹਰ ਹੀ ਹੁੰਦਾ। ਅਤੇ ਦੌਲਤ ਖਾਨ ਅਤੇ ਕਾਜੀ ਨੇ ਆਫਟਰ ਅਲਾਈਨਮੈਂਟ, ਇਹ ਪਹਿਲੀ ਵਾਰ ਗੱਲ ਹੋਈ ਜਦੋਂ ਅਲਾਈਟਮੈਂਟ ਹੋਇਆ, ਇਹਨਾਂ ਨੂੰ ਪਹਿਲਾਂ ਗਿਆਨ ਦੀ ਪ੍ਰਾਪਤੀ ਹੋਈ, ਤਾਂ ਉਦੋਂ ਆਹ ਗੱਲਾਂ ਹੋਈਆਂ। ਫਿਰ ਕੀ ਹੁੰਦਾ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ। ਫਿਰ ਗੁਰੂ ਨਾਨਕ ਦੇਵ ਜੀ ਨੂੰ ਜਿਵੇਂ 1499 ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤਾਂ ਗੁਰੂ ਨਾਨਕ ਦੇਵ ਜੀ ਬਾਹਰ ਨਿਕਲ ਜਾਂਦੇ ਆ ਉਦਾਸੀਆਂ ਵਾਸਤੇ। ਉਦਾਸੀ ਦਾ ਮਤਲਬ ਹੁੰਦਾ ਹੈ ਦਾ ਰਿਲੀਜੀਅਸ ਟਰੈਵਲ ਜਾਂ ਜਰਨੀ। ਜੋ ਜਰਨੀ ਇਹਨਾਂ ਨੇ ਧਾਰਮਿਕ ਕੰਮਾਂ ਵਾਸਤੇ ਕੀਤੀ ਉਹਨੂੰ ਉਦਾਸੀ ਬੋਲ ਦਿੰਦੇ ਆ। ਟੋਟਲ ਕਿੰਨੀਆਂ ਉਦਾਸੀਆਂ ਹੋਈਆਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦੀਆਂ, 4 ਉਦਾਸੀਆਂ ਹੋਈਆਂ। 4 ਉਦਾਸੀਆਂ ਕਿੱਥੇ ਕਿੱਥੇ, ਈਸਟ, ਵੈਸਟ, ਨੌਰਥ, ਸਾਊਥ, ਚਾਰੋਂ ਤਰਫ, ਚਾਰੋਂ ਦਿਸ਼ਾਵਾਂ 'ਚ ਗਏ। ਪਹਿਲੀ ਉਦਾਸੀ ਆਪਾਂ ਦੇਖਦੇ ਹਾਂ ਕੀ ਸੀ। ਪਹਿਲੀ ਉਦਾਸੀ ਸੀ ਮੋਸਟ ਆਫ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ। ਆਹ ਦੇਖੋ ਪਹਿਲੀ ਉਦਾਸੀ ਦੇਖੋ, ਇਹਨਾਂ ਨੇ ਇੱਥੋਂ ਸ਼ੁਰੂ ਕੀਤੀ ਅਤੇ ਥੋੜ੍ਹਾ ਇੱਧਰੋਂ ਘੁੰਮ ਕੇ ਲਾਹੌਰ ਵਾਲੀ ਸਾਈਡ ਘੁੰਮ ਫਿਰ ਕੇ ਫਿਰ ਇੱਥੇ ਆਏ, ਇੱਥੋਂ ਆ ਕੇ ਫਿਰ ਇੱਧਰ ਚਲੇ ਗਏ, ਯਾਨੀ ਕਿ ਪਹਿਲੀ ਉਦਾਸੀ ਇੱਥੇ ਖਤਮ ਹੋ ਗਈ ਇਹਨਾਂ ਦੀ। ਤਾਂ ਪਹਿਲੀ ਉਦਾਸੀ ਦੇ ਵਿੱਚ ਕੀ ਕੀ ਕੀਤਾ ਇਹਨਾਂ ਨੇ ਦੇਖਦੇ ਹਾਂ। ਪਹਿਲੀ ਉਦਾਸੀ ਦੇ ਵਿੱਚ ਪਹਿਲਾਂ ਪਾਕਿਸਤਾਨ ਦੇ ਵਿੱਚ ਨਾ ਹੱਕ ਸੱਚ ਦੀ ਕਮਾਈ ਦਾ ਇੱਕ ਸੌਦਾ ਕੀਤਾ। ਉਹਨਾਂ ਦੇ ਅੱਖਾਂ ਖੁੱਲ੍ਹ ਕੇ ਆਏ। ਤਾਂ ਕਿਵੇਂ ਖੁੱਲ੍ਹ ਕੇ ਆਏ, ਇਹ ਗਏ ਸੈਦਪੁਰ ਪਾਕਿਸਤਾਨ ਦੇ ਵਿੱਚ। ਸੈਦਪੁਰ ਪਾਕਿਸਤਾਨ ਦੇ ਵਿੱਚ ਇੱਕ ਤਰਖਾਨ ਸੀਗਾ ਭਾਈ ਲਾਲੋ। ਭਾਈ ਲਾਲੋ ਨੇ ਵੀ ਬੜੀ ਇਹਨਾਂ ਦੀ ਮਿਹਨਤ ਕੀਤੀ ਬਾਬਾ ਜੀ ਦੇ, ਵੀ ਤੁਸੀਂ ਸਾਡੇ ਘਰੇ ਆਓ, ਰੋਟੀ ਖਾਓ ਅਤੇ ਰੋਟੀ ਖਾ ਕੇ ਜਾਓ ਹੈ, ਕਿਉਂਕਿ ਉਦੋਂ ਫਿਰ ਬੜੇ ਫੇਮਸ ਹੋ ਗਏ ਸੀਗੇ ਇਨਲਾਈਟਮੈਂਟ ਤੋਂ ਬਾਅਦ। ਜਿਵੇਂ ਦੌਲਤ ਖਾਨ ਨੂੰ ਅੱਖਾਂ ਖੋਲ੍ਹਤੀਆਂ, ਤਾਂ ਤੁਸੀਂ ਸੋਚੋ ਵੀ ਜਿਹੜੇ CM ਦੀ ਅੱਖਾਂ ਖੋਲ੍ਹਤੀਆਂ, ਤਾਂ ਥੋੜ੍ਹਾ ਬਹੁਤਾ ਤਾਂ ਉਦੋਂ ਨੈੱਟ ਨਹੀਂ ਹੁੰਦਾ ਸੀ। ਜੇ ਨੈੱਟ ਹੁੰਦਾ ਤਾਂ ਬਹੁਤ ਫੇਮਸ ਹੋ ਜਾਂਦੇ, ਬਟ ਨੈੱਟ ਨਹੀਂ ਸੀਗਾ, ਪਰ ਥੋੜ੍ਹਾ ਬਹੁਤਾ ਲੋਕਾਂ ਨੂੰ ਪਤਾ ਚੱਲ ਹੀ ਜਾਂਦਾ ਕਿ ਵੀ ਇੱਦਾਂ ਕਰਕੇ ਬਾਬਾ ਨਾਨਕ ਹੈਗਾ ਜਿਹੜਾ ਵੀ ਅੱਖਾਂ ਖੋਲ੍ਹ ਦਿੰਦਾ। ਅਤੇ ਫਿਰ ਹਰ ਕੋਈ ਜਿਹੜਾ ਗਰੀਬ ਅਮੀਰ ਇਹੀ ਸੋਚਦਾ ਉਹ ਵੀ ਸਾਡੇ ਘਰੇ ਰੋਟੀ ਖਾਣਗੇ ਤਾਂ ਕੁਛ ਨਾ ਕੁਛ ਦੇ ਕੇ ਜਾਣਗੇ, ਕੋਈ ਵਚਨ ਬੋਲ ਕੇ ਜਾਣਗੇ। ਤਾਂ ਵੀ ਇਹਨਾਂ ਨੇ ਭਾਈ ਜਿਹੜੇ ਲਾਲੋ ਸੀਗੇ, ਇਹਨਾਂ ਨੇ ਤਰਖਾਨ ਸੀਗੇ, ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਘਰੇ ਰੋਟੀ ਖਾਓ। ਅਤੇ ਇਹਨਾਂ ਨੇ ਚੂਜ਼ ਕੀਤਾ ਕਿ ਹਾਂ ਵੀ ਮੈਂ ਤੁਹਾਡੇ ਘਰੇ ਅੱਜ ਰੋਟੀ ਖਾਊਂਗਾ। ਤਾਂ ਭਾਈ ਲਾਲੋ ਦੇ ਘਰੇ ਗਏ ਅਤੇ ਰੋਟੀ ਖਾਧੀ ਇਹਨਾਂ ਨੇ, ਤਾਂ ਉਹ ਸੁੱਕੀ ਬੁੱਕੀ ਰੋਟੀ ਸੀਗੀ, ਤਾਂ ਇਹਨਾਂ ਨੇ ਵੀ ਬੜੀ ਵਧੀਆ ਖਾਧੀ। ਅਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਵੀ ਰੋਟੀ ਠੀਕ ਹੈ, ਕਹਿੰਦਾ ਵੀ ਬਹੁਤ ਸਵਾਦ ਹੈ ਰੋਟੀ ਤੇਰੀ, ਕਹਿੰਦਾ ਤੇਰੀ ਹੱਕ ਹਲਾਲ ਦੀ ਰੋਟੀ ਹੈਗੀ, ਕਹਿੰਦਾ ਬਹੁਤ ਹੀ ਅੱਜ ਅੰਮ੍ਰਿਤ ਵਰਗੀ ਲੱਗੀ ਮੈਨੂੰ। ਉਸ ਤੋਂ ਬਾਅਦ ਇੱਕ ਮਲਿਕ ਭਾਗੋ ਹੁੰਦਾ। ਮਲਿਕ ਭਾਗੋ ਕਿਹੜਾ ਹੁੰਦਾ, ਜਿਹੜਾ ਇੱਥੇ ਖੜ੍ਹਾ ਹੈ। ਇਹ ਮਲਿਕ ਭਾਗੋ ਕੀ ਕਹਿੰਦਾ ਵੀ ਐਂ ਕਰਕੇ ਵੀ ਬਾਬਾ ਜੀ ਨੂੰ ਸੱਦੋ, ਕਿਉਂਕਿ ਇਹ ਵੀ ਉੱਥੋਂ ਦਾ ਕੋਈ ਪ੍ਰਧਾਨ ਹੋਊਗਾ, ਕੋਈ ਇਲੈਕਸ਼ਨਾਂ 'ਚ ਖੜ੍ਹਾ ਹੋਇਆ ਹੋਊਗਾ। ਅਤੇ ਇਹ ਕਹਿੰਦਾ ਵੀ ਬਾਬਾ ਜੀ ਨੂੰ ਸੱਦੋ ਤੁਸੀਂ। ਇੱਕ ਬੰਦਾ ਭੇਜਦਾ ਵੀ ਐਂ ਕਰਕੇ ਬਾਬਾ ਜੀ ਮਲਿਕ ਭਾਗੋ ਨੇ ਸੱਦਿਆ, ਤਾਂ ਤੁਸੀਂ ਵੀ ਰੋਟੀ ਕੱਲ੍ਹ ਦੀ ਇੱਥੇ ਖਾਓਗੇ ਮਲਿਕ ਭਾਗੋ ਘਰੇ। ਇਹ ਕਹਿੰਦਾ ਵੀ ਠੀਕ ਹੈ, ਮੈਨੂੰ ਇੰਨਾ ਕੋਈ ਸ਼ੌਂਕ ਹੈ ਨਹੀਂ ਗਾ ਰੋਟੀ ਰਾਟੀ ਦਾ, ਮੈਂ ਤਾਂ ਨੋਰਮਲ ਕੋਈ 1-2 ਰੋਟੀਆਂ ਖਾਣੀਆਂ ਹੁੰਦੀਆਂ ਆਪਦੀਆਂ ਸੁੱਕੀਆਂ ਫੁੱਕੀਆਂ, ਤਾਂ ਮੈਂ ਇੱਥੋਂ ਹੀ ਖਾ ਲੂੰਗਾ। ਕਹਿੰਦਾ ਨਹੀਂ ਤੁਸੀਂ ਆਓ, ਕਹਿੰਦਾ। ਇਹ ਵੀ ਮਨਾ ਕਰ ਦਿੰਦੇ ਬਾਬਾ ਜੀ, ਮਨਾ ਕਰ ਦਿੰਦੇ। ਤਾਂ ਮਲਿਕ ਭਾਗੋ ਬੜਾ ਗੁੱਸੇ 'ਚ ਆਉਂਦਾ ਵੀ ਠੀਕ ਹੈ ਕਿ ਯਾਰ ਕੀ ਸੁੱਕੀਆਂ, ਮੈਂ ਇੱਥੇ ਮਾਲਪੂੜੇ ਬਣਾਉਣੇ ਆ, ਤੂੰ ਕਹਿੰਦਾ ਵੀ ਸੁੱਕੀਆਂ ਰੋਟੀਆਂ 'ਤੇ ਹੀ ਬੈਠਾ, ਕਹਿੰਦਾ ਵੀ ਇਹਦਾ ਕੀ ਮਤਲਬ ਹੋਇਆ। ਅਤੇ ਫਿਰ ਇਹ ਕਰਕੇ ਵੀ ਇਹਨਾਂ ਨੇ ਮਲਿਕ ਭਾਗੋ ਨੂੰ ਇਹਨੂੰ ਸੱਦਦੇ ਆ, ਅਤੇ ਫਿਰ ਮਲਿਕ ਭਾਗੋ ਕੋਲ ਜਾਂਦੇ ਆ। ਉੱਥੇ ਜਾ ਕੇ ਇਹ ਇੱਕ ਹੱਥ 'ਚ ਮਲਿਕ ਭਾਗੋ ਦਾ
ਇੱਕ ਪਾਸੇ ਪੂੜਾ ਫੜਦੇ ਆ ਜਿਹੜਾ ਵਧੀਆ ਬਣਾਇਆ ਹੁੰਦਾ ਪੂੜਾ, ਇੱਕ ਪਾਸੇ ਸੁੱਕੀ ਰੋਟੀ ਆਪਣੇ ਭਾਈ ਲਾਲੋ ਦੀ ਫੜਦੇ ਆ, ਅਤੇ ਇਹਦੇ ਵਿੱਚੋਂ ਦੁੱਧ ਚੋ ਜਾਂਦਾ ਅਤੇ ਇਹਦੇ ਵਿੱਚੋਂ ਦੇਖੋ ਖੂਨ ਚੋ ਜਾਂਦਾ ਹੈ। ਤਾਂ ਜਦੋਂ ਦੁੱਧ ਔਰ ਖੂਨ ਦਾ ਉਹਨਾਂ ਨੂੰ ਸਾਰਿਆਂ ਨੂੰ ਦਿਖਦਾ ਹੈ ਤਾਂ ਕਹਿੰਦੇ ਵੀ ਆਹ ਤੇਰੀ ਪਾਪ ਦੀ ਕਮਾਈ ਹੈਗੀ ਆ, ਅਤੇ ਇਹ ਜਿਹੜੀ ਕਮਾਈ ਹੈਗੀ ਹੈ ਜਿਹੜੀ ਆਪਣੇ ਭਾਈ ਲਾਲੋ ਦੀ ਹੈ, ਇਹ ਕਮਾਈ ਹੱਕ ਦੀ ਹੈ, ਇਹ ਮਿਹਨਤ ਦੀ ਕਮਾਈ ਹੈ, ਅਤੇ ਇਹ ਵਧੀਆ ਕਮਾਈ ਹੈ ਅਤੇ ਮਾੜੀ ਕਮਾਈ। ਇਹ ਅੱਖਾਂ ਖੋਲ੍ਹ ਕੇ ਅਤੇ ਫਿਰ ਮਲਿਕ ਭਾਗੂ ਆ ਉਹ ਆਪਣੀ ਸਾਰੀ ਜਿਹੜੀ ਕਮਾਈ ਹੈਗੀ ਗਰੀਬਾਂ 'ਚ ਵੰਡਦਾ। ਉਸ ਦਿਨ ਤੋਂ ਬਾਬਾ ਜੀ ਦੇ ਲੜ ਲੱਗ ਜਾਂਦਾ। ਇਹ ਹੋ ਗਈ ਪਹਿਲੀ ਗੱਲ। ਫਿਰ ਹੋ ਗਿਆ ਸੱਜਣ ਠੱਗ। ਸੱਜਣ ਠੱਗ ਕੀ ਹੁੰਦਾ? ਫਿਰ ਅੱਗੇ ਜਾਂਦੇ ਆ ਮੁਲਤਾਨ ਵਾਲੇ ਪਾਸੇ ਜਾਂਦੇ ਉੱਥੇ ਸ਼ੇਖ ਇੱਕ ਸ਼ੇਖ ਹੁੰਦਾ ਹੈਗਾ। ਸ਼ੇਖ ਮਤਲਬ ਜਿਹੜਾ ਮੁਸਲਿਮ ਹੁੰਦਾ, ਉਹ ਡੇਰਾ ਚਲਾ ਰਿਹਾ ਹੁੰਦਾ। ਉਹ ਕੀ ਕਰਦਾ ਹੈਗਾ, ਇੱਕ ਪਾਸੇ ਤਾਂ ਮੰਦਰ ਬਣਾ ਕੇ ਰੱਖਦਾ, ਇੱਕ ਪਾਸੇ ਕੀ ਕਰਦਾ, ਆਪਣੀ ਦਰਗਾਹ ਬਣਾ ਕੇ ਰੱਖਦਾ। ਜਿਹੜੇ ਮੁਸਲਮਾਨ ਹੁੰਦੇ ਉਹਨਾਂ ਨੂੰ ਤਾਂ ਇੱਧਰ ਰੱਖ ਦਿੰਦਾ, ਜਿਹੜੇ ਹੁੰਦੇ ਹਿੰਦੂ ਉਹਨਾਂ ਨੂੰ ਆਪਣੇ ਮੰਦਰਾਂ 'ਚ ਵੀ ਰੱਖ ਦਿੰਦਾ। ਦੋਨਾਂ ਤਰਫੋਂ ਚੱਲਦਾ ਉਹ। ਤਾਂ ਉਹ ਇਸ ਕਰਕੇ ਆ ਕੇ ਬੋਲਦਾ, ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਰੁਕਦੇ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਅੰਤਰਯਾਮੀ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕਿੱਥੇ ਜਾਣਾ ਅਤੇ ਕਿੱਥੇ ਕੀ ਚੀਜ਼ਾਂ ਕਰਨੀਆਂ ਹੈਗੀਆਂ। ਤਾਂ ਗੁਰੂ ਨਾਨਕ ਦੇਵ ਜੀ ਜਦੋਂ ਸੱਜਣ ਸੇਖ ਕੋਲ ਜਾਂਦੇ ਆ, ਤਾਂ ਸੱਜਣ ਸੇਖ ਕਹਿੰਦਾ ਵੀ ਕਹਿੰਦਾ ਮੇਰਾ ਨਾਮ ਭਾਈ ਸੱਜਣ ਵੀ ਹੈ ਅਤੇ ਭਾਈ ਸੇਖ ਵੀ ਹੈ। ਭਾਈ ਸੇਖ ਮੈਂ ਮੁਸਲਮਾਨਾਂ ਕਰਕੇ ਹਾਂ ਅਤੇ ਹਿੰਦੂਆਂ ਕਰਕੇ ਭਾਈ ਆਪਣੇ ਭਾਈ ਸੱਜਣ ਹੈਗਾ। ਤਾਂ ਐਂ ਕਰਕੇ ਫਿਰ ਇਹਨਾਂ ਕੋਲ ਬਹਿੰਦੇ ਆ। ਇਹ ਕੀ ਹੁੰਦਾ, ਜਿਹੜਾ ਇਹ ਟੋਂਗੀ ਹੁੰਦਾ ਹੈਗਾ, ਇਹ ਕੀ ਕਰਦਾ, ਜਿਹੜੇ ਰਾਹ 'ਚ ਆਉਣ ਜਾਣ ਵਾਲੇ ਬੰਦੇ ਆ ਨਾ, ਮੁਸ਼ਟੰਡੇ ਰੱਖਿਆ ਦੇਖੋ ਵੱਡੇ, ਇਹ ਕੀ ਹੈ, ਜੋ ਰਾਹ 'ਚ ਆਉਣ ਜਾਣ ਵਾਲੇ ਸਾਧੂ ਸੰਤ ਹੈ ਜਾਂ ਕੋਈ ਤੀਰਥ ਯਾਤਰੀ ਹੈ, ਪਿਲਗ੍ਰਿਮਸ ਹੈ, ਜਿਹੜੇ ਜਾਂਦੇ ਹੈਗੇ ਇੱਧਰ ਉੱਧਰ, ਉਹ ਜਦੋਂ ਜਾਂਦੇ ਆ ਨਾ, ਉਹਨਾਂ ਨੂੰ ਰੋਕਣ ਵਾਸਤੇ ਥਾਂ ਬਣਾਈ ਹੁੰਦੀ ਆ, ਉੱਥੇ ਰੁਕਦੇ ਆ ਰਾਤ ਨੂੰ। ਉਹਨਾਂ ਨੂੰ ਫਿਰ ਠੱਗ ਲੈਂਦੇ ਆ, ਉਹਨਾਂ ਤੋਂ ਜਿੰਨਾ ਵੀ ਧਨ ਲੁੱਟ ਲੈਂਦੇ ਆ, ਮਾਰ ਦਿੰਦੇ ਆ। ਤਾਂ ਇਹਨਾਂ ਨੇ ਕੀ ਕੀਤਾ, ਜਦੋਂ ਗੁਰੂ ਨਾਨਕ ਦੇਵ ਜੀ ਆਏ ਅਤੇ ਦੇਖਿਆ ਗੁਰੂ ਨਾਨਕ ਦੇਵ ਜੀ ਦੇ ਚਿਹਰੇ 'ਤੇ ਬੜਾ ਤੇਜ਼ ਸੀ। ਕਹਿੰਦਾ ਵੀ ਇਹ ਬੰਦਾ ਮੈਨੂੰ ਠੀਕ ਲੱਗਿਆ ਕਿ ਹੀਰੇ ਹੂਰੇ ਹੈ ਹੋਣਗੇ ਇਹਨਾਂ ਕੋਲ, ਕੋਈ ਸੋਨਾ ਹੋਊਗਾ ਵਧੀਆ, ਅੱਜ ਇਹਨਾਂ ਨੂੰ ਕਹਿੰਦਾ ਆਪਾਂ ਠੱਗਦੇ ਹਾਂ। ਅਤੇ ਇਹ ਬੜੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਤੋਂ ਪੁੱਛਦੇ ਆ ਬਾਬਾ ਜੀ ਤੋਂ ਵੀ ਬਾਬਾ ਜੀ ਨਾਲ ਭਾਈ ਲੈਣਾ ਹੁੰਦਾ ਇਹਨਾਂ ਦੇ, ਠੀਕ ਹੈ ਜੀ, ਅਤੇ ਨਾਲ ਇਹਨਾਂ ਦੇ, ਠੀਕ ਹੈ ਜੀ। ਫਿਰ ਇਸ ਤੋਂ ਬਾਅਦ ਕੀ ਹੁੰਦਾ ਵੀ ਇਹਨਾਂ ਤੋਂ ਪੁੱਛਦੇ ਆ, ਕਰਦੇ ਆ ਫਿਰ ਵੀ ਤੁਹਾਡੇ ਕੋਲ ਹੀਰੇ ਹੈ, ਕੀ ਹੈਗੇ ਆ। ਅਤੇ ਬਾਬਾ ਜੀ ਫਿਰ ਆਪਣੇ ਰਾਤ ਨੂੰ ਖਾਣਾ ਖਾਂਦੇ ਨਹੀਂ ਗੇ, ਕਿਉਂਕਿ ਖਾਣੇ 'ਚ ਜ਼ਹਿਰ ਪਾਇਆ ਹੁੰਦਾ। ਫਿਰ ਰਾਤ ਨੂੰ ਬੈਠ ਕੇ ਅਤੇ ਜਦੋਂ ਭਜਨ ਦਾ ਸਿਮਰਨ ਕਰਦੇ ਆ, ਆਪਣੇ ਸਲੋਕ ਜਾਂ ਆਪਣੇ ਜਿਹੜੇ ਸ਼ਬਦ ਹੈ ਸੁਣਾਉਂਦੇ, ਅਤੇ ਇਹ ਸੁਣ ਕੇ ਇਹਦੀਆਂ ਅੱਖਾਂ ਖੁੱਲ੍ਹ ਜਾਂਦੀਆਂ। ਤਾਂ ਇਹਨਾਂ ਨੂੰ ਜਦੋਂ ਇਹ ਅੱਖਾਂ ਖੁੱਲ੍ਹ ਜਾਂਦੀਆਂ ਸ਼ਬਦ ਸੁਣ ਕੇ, ਇਹਨਾਂ ਦੇ ਅੰਦਰ ਫੀਲਿੰਗ ਇੱਕ ਆ ਜਾਂਦੀ ਹੈ ਕਿ ਬਹੁਤ ਤਕੜੀ, ਜੋ ਇਹਨਾਂ ਨੂੰ ਜੋ ਇਹਨਾਂ ਨੇ ਪਾਪ ਕੀਤਾ ਉਹ ਸਾਰਾ ਇਹਨਾਂ ਨੂੰ ਦਿਖਣ ਲੱਗ ਜਾਂਦਾ। ਫਿਰ ਬਾਬਾ ਜੀ ਦੇ ਕੋਲ ਜਾ ਕੇ ਬਹਿੰਦੇ, ਬਾਬਾ ਜੀ ਸਿਰ 'ਤੇ ਹੱਥ ਰੱਖਦੇ ਆ, ਤਾਂ ਫਿਰ ਉਹਨਾਂ ਨੂੰ ਸਾਰੀ ਚੀਜ਼ਾਂ ਚੰਚਨਾਹਟ ਇਹਦੇ ਸਰੀਰ 'ਚ ਸ਼ੁਰੂ ਹੋ ਜਾਂਦੀ ਹੈ ਕਿ ਵੀ ਮੈਂ ਇਹ ਕੀ ਕੀਤਾ। ਫਿਰ ਸਾਰੀਆਂ ਗੱਲਾਂ ਖੋਲ੍ਹ ਕੇ ਅੱਗੇ ਰੱਖਦੇ ਆ। ਫਿਰ ਬਾਬਾ ਜੀ ਇਹਨਾਂ ਨੂੰ ਕਹਿੰਦੇ ਵੀ ਜਿੰਨਾ ਤੂੰ ਤੁਹਾਨੂੰ ਲੁੱਟਿਆ ਉਹ ਗਰੀਬਾਂ 'ਚ ਵੰਡਦੇ, ਅਤੇ ਅੱਗੇ ਤੂੰ ਕਿਰਤ ਕਮਾਈ ਕਰ ਹੱਥਾਂ ਦੀ, ਅਤੇ ਬਸ ਇਹ ਸ਼ੁਰੂ ਹੋ ਜਾਂਦੀ ਹੈ। ਫਿਰ ਸੈਕਿੰਡ ਉਦਾਸੀ ਹੋਈ 1507 ਤੋਂ ਲੈ ਕੇ 1514 ਤੱਕ। ਸ਼੍ਰੀਲੰਕਾ ਸਾਈਡ ਜਾ ਕੇ ਆਉਂਦੇ ਆ, ਉੱਥੇ ਰਾਜਾ ਸ਼ਿਵਨਾਥ ਇਹਨਾਂ ਨੂੰ ਸੱਦਦੇ ਆ। ਉੱਥੇ ਵੀ ਵਹਿਮਾਂ ਭਰਮਾਂ ਦੀ ਥਾਂ ਹੁੰਦੀ ਹੈ, ਵਹਿਮਾਂ ਭਰਮਾਂ ਦੇ ਵਿੱਚ ਪਏ ਹੁੰਦੇ ਲੋਕ, ਉਹਨਾਂ ਨੂੰ ਕੱਢ ਕੇ ਆਉਂਦੇ ਆ। ਇੱਕ ਵਾਰੀ ਇੱਦਾਂ ਹੀ ਹੁੰਦਾ, ਜਦੋਂ ਥਰਡ ਆਪਣੀ ਉਦਾਸੀ ਹੁੰਦੀ ਹੈ, ਉਹਦੇ ਵਿੱਚ ਨੇਪਾਲ ਵਾਲੀ ਸਾਈਡ ਜਾਂਦੇ ਆ। ਉੱਥੇ ਲੋਕ ਕੀ ਹੁੰਦੇ ਆ, ਸੂਰਜ ਨੂੰ ਪਾਣੀ ਪਾ ਰਹੇ ਹੁੰਦੇ ਆ, ਤਾਂ ਬਾਬਾ ਜੀ ਦੇਖਦੇ ਵੀ ਇਹ ਤਾਂ ਸਾਰੇ ਸੂਰਜ ਨੂੰ ਪਾਣੀ ਪਾਈ ਜਾਂਦੇ ਆ, ਅਤੇ ਇੰਨੀ ਦੂਰ ਸੂਰਜ ਹੈਗਾ ਤਾਂ ਪਾਣੀ ਪਾਈ ਜਾਂਦੇ, ਵੀ ਵਹਿਮਾਂ ਭਰਮਾਂ 'ਚ ਕਿਉਂ ਪਏ ਹੋਏ ਆ। ਤਾਂ ਫਿਰ ਬਾਬਾ ਜੀ ਆਪ ਇੱਕ ਬਾਲਟੀ ਚੱਕਦੇ ਆ ਪਾਣੀ ਦੀ, ਅਤੇ ਪੁੱਠੇ ਪਾਸੇ ਮੂੰਹ ਕਰਕੇ ਅਤੇ ਪਾਣੀ ਪਾਉਣ ਲੱਗ ਜਾਂਦੇ ਆ। ਫਿਰ ਇਹਨਾਂ ਨੂੰ ਲੋਕ ਕਹਿੰਦੇ ਵੀ ਤੁਸੀਂ ਵੀ ਆਹ ਬੰਦਾ ਕਿਵੇਂ ਕਮਲਾ ਹੋ ਰੱਖਿਆ, ਵੀ ਇਹ ਤਾਂ ਪਾਣੀ ਪੁੱਠੇ ਪਾਸੇ ਪਾਈ ਜਾਂਦਾ। ਤਾਂ ਫਿਰ ਇਹ ਕੀ ਹੁੰਦਾ ਕਿ ਕਹਿੰਦਾ ਕਿ ਜੇ ਤੁਸੀਂ ਮੈਂ ਮੇਰੇ ਖੇਤਾਂ ਨੂੰ ਪਾਣੀ